how are you all? Hope you all are good. As you know, we have already completed 3 chapters and now we'll start next chapter, lesson number 4, the giving tree. Okay? ਹਾਂਜੀ, the giving tree. Tree ਦਾ ਮਤਲਬ ਕੀ ਹੁੰਦਾ? ਦਰਖਤ, ਹੈ ਨਾ? ਤੇ giving ਦੇਣ ਵਾਲਾ, ਹੈ ਨਾ? ਚਲੋ ਨੈਕਸਟ ਦੇਖਦੇ ਆਪਾਂ ਪ੍ਰੀ ਰੀਡਿੰਗ, ਡਿਕਸ਼ਨਰੀ ਰੈਫਰੈਂਸ, ਲਰਨਿੰਗ ਨਿਊ ਵਰਡਸ। ਐਕਟੀਵਿਟੀ 1, ਲੁੱਕ ਅਪ ਦ ਫੋਲੋਇੰਗ ਵਰਡਸ ਇਨ ਅ ਡਿਕਸ਼ਨਰੀ। ਕਿ ਨੀਚੇ ਜਿਹੜੇ ਦਿੱਤੇ ਹੋਏ ਵਰਡਸ ਹੈ ਇਹਨੂੰ ਡਿਕਸ਼ਨਰੀ 'ਚ ਦੇਖੋ। ਯੂ ਸ਼ੁੱਡ ਸੀਕ ਦ ਫੋਲੋਇੰਗ ਇਨਫੋਰਮੇਸ਼ਨ ਅਬਾਊਟ ਦ ਵਰਡਸ ਐਂਡ ਪੁੱਟ ਦੈਮ ਇਨ ਯੂਰ ਵਰਡਸ ਨੋਟਬੁੱਕ। ਅਤੇ ਇਹਨਾਂ ਬਾਰੇ ਤੁਸੀਂ ਇਨਫੋਰਮੇਸ਼ਨ ਜੋ ਵੀ ਹੈਗੀ ਆ, ਜਾਣਕਾਰੀ ਸ਼ਬਦਾਂ ਬਾਰੇ, ਉਹ ਦੇਖੋ, ਹੈ ਨਾ। ਉਸ ਤੋਂ ਬਾਅਦ ਉਹਨੂੰ ਤੁਸੀਂ ਆਪਣੀ ਜਿੱਥੇ ਤੁਸੀਂ ਪਹਿਲਾਂ ਲਿਖੇ ਹੋਏ ਆ ਵਰਡ ਮੀਨਿੰਗ, ਉਸ ਨੋਟਬੁੱਕ ਦੇ ਉੱਪਰ ਇਹਨਾਂ ਨੂੰ ਲਿਖਣਾ ਆ, ਠੀਕ ਹੈ। ਮੀਨਿੰਗ ਆਫ ਦਾ ਵਰਡ ਐਜ਼ ਯੂਜ਼ਡ ਇਨ ਦਾ ਲੈਸਨ। ਅਤੇ ਲੈਸਨ ਦੇ ਵਿੱਚ ਇਹ ਵਾਲੇ ਵਰਡਸ ਕਿਸ ਸੈਂਸ 'ਚ ਯੂਜ਼ ਹੋਏ ਆ, ਕਿ ਉਹ ਐਡਜੈਕਟਿਵ ਯੂਜ਼ ਹੋਏ ਆ ਜਾਂ ਨਾਊਨ ਜਾਂ ਵਰਬ, ਇਹ ਵੀ ਲਿਖਣਾ ਨਾਲ ਨਾਲ, ਠੀਕ ਹੈ। ਨੈਕਸਟ ਪ੍ਰੋਨਾਂਸੀਏਸ਼ਨ, ਕਿ ਇਹਨਾਂ ਨੂੰ ਆਪਾਂ ਬੋਲਣਾ ਕਿਸ ਤਰੀਕੇ ਦੇ ਨਾਲ, ਇਹਨਾਂ ਨੂੰ ਬੋਲ ਕੇ ਵੀ ਦੇਖਣਾ। ਐਂਡ ਨੈਕਸਟ ਹੈ ਸਪੈਲਿੰਗਸ, ਅਤੇ ਨਾਲ ਨਾਲ ਇਹਨਾਂ ਦੇ ਸਪੈਲਿੰਗਸ ਨੂੰ ਵੀ ਆਪਾਂ ਯਾਦ ਕਰਨਾ, ਠੀਕ ਹੈ। ਹਾਂਜੀ, ਦੇਖਦੇ ਹਾਂ ਆਪਾਂ ਫਸਟ ਵਰਡ ਸਵਿੰਗ, ਹੈ ਨਾ। ਸਵਿੰਗ ਦਾ ਮਤਲਬ ਕੀ ਹੁੰਦਾ? ਝੂਟਣਾ, ਹੈ ਨਾ। ਨੈਕਸਟ ਇਜ਼ ਟਰੰਕ। ਟਰੰਕ ਦਾ ਮਤਲਬ ਤਣਾ, ਠੀਕ ਹੈ। ਬ੍ਰਾਂਚਿਸ, ਬ੍ਰਾਂਚਿਸ ਟਹਿਣੀਆਂ, ਹੈ ਨਾ, ਦਰਖਤ ਦੀਆਂ ਹੁੰਦੀਆਂ ਨੇ ਜਿਹੜੀਆਂ। ਅੱਗੇ ਬਿਜ਼ਨਸ, ਬਿਜ਼ਨਸ ਇੱਥੇ ਲਿਖ ਲਓ ਵਪਾਰ, ਠੀਕ ਹੈ। ਸੇਲ, ਸੇਲ ਦਾ ਮਤਲਬ ਕਿਸ਼ਤੀ ਰਾਹੀਂ ਤੈਰ ਕੇ ਜਾਣਾ, ਠੀਕ ਹੈ। ਨੈਕਸਟ ਹੈ ਰਿਸੋਰਸ। ਹਾਂਜੀ, ਰਿਸੋਰਸ ਦਾ ਮਤਲਬ ਲਿਖੋ ਸਰੋਤ, ਹੈ ਨਾ। ਸਰੋਤ ਹੁੰਦਾ ਜਿੱਥੋਂ ਆਪਾਂ ਨੂੰ ਕੋਈ ਚੀਜ਼ ਪ੍ਰਾਪਤ ਹੁੰਦੀ ਆ, ਹੈ ਨਾ, ਉਹਨੂੰ ਆਪਾਂ ਕਹਿ ਦਿੰਦੇ ਆ ਰਿਸੋਰਸ। ਓਕੇ, ਹਾਂਜੀ, ਨੋਟ ਡਾਊਨ ਕਰ ਲੈਣ ਨਾਲ ਨਾਲ ਕਾਪੀਜ਼ 'ਤੇ। ਗੁੱਡ, ਚਲੋ ਜੀ ਨੈਕਸਟ ਹੁਣ ਆਪਾਂ ਇਹਦੀ ਰੀਡਿੰਗ ਸਟਾਰਟ ਕਰਦੇ ਹਾਂ। ਹਾਂਜੀ, ਲੈਟ ਅਸ ਰੀਡ ਦਾ ਸਟੋਰੀ। ਹਾਂਜੀ, ਇੱਧਰ ਪਿਕਚਰ ਦੇਖ ਲਓ ਇੱਕ ਪਹਿਲਾਂ ਸਾਈਡ 'ਤੇ ਦੇਖੋ, ਆਹ ਲਿਖਿਆ ਹੋਇਆ ਉੱਪਰ, ਉਹਦੇ ਟਰੰਕ ਦੇ ਉੱਪਰ ਹੀ ਲਿਖਿਆ ਹੋਇਆ, ਤਣੇ ਦੇ ਉੱਪਰ ਉਹਦੇ ਟਰੀ ਦੇ, ਦ ਗਿਵਿੰਗ ਟਰੀ, ਹੈ ਨਾ। ਅਤੇ ਨੀਚੇ ਉਹਦਾ ਰਾਈਟਰ ਦਾ ਨੇਮ ਵੀ ਲਿਖਿਆ ਹੋਇਆ, ਦੇਖੋ ਲਿਖਿਆ ਹੋਇਆ ਬਾਏ ਸ਼ੈਲ ਸਿਲਵਰਸਟੀਨ, ਹੈ ਨਾ, ਜਿਹਨੇ ਆਹ ਸਟੋਰੀ ਲਿਖੀ ਆ। ਰਾਈਟਰ ਦਾ ਨੇਮ ਵੀ ਲਿਖਿਆ ਹੋਇਆ ਸ਼ੈਲ ਸਿਲਵਰਸਟੀਨ, ਠੀਕ ਹੈ। ਅਤੇ ਇੱਧਰ ਇੱਕ ਬੋਏ ਖੜਾ, ਐਪਲ ਟਰੀ ਆ ਇਹ, ਹੈ ਨਾ, ਉੱਪਰੋਂ ਐਪਲ ਵੀ ਆਉਂਦਾ ਨਾ ਨੀਚੇ ਨੂੰ, ਦੇਖੋ। ਅਤੇ ਨੀਚੇ ਇੱਕ ਛੋਟਾ ਜਿਹੜਾ ਲੜਕਾ ਆ, ਹੈ ਨਾ, ਇੱਕ ਬੋਏ ਉਹ ਖੜਾ ਆ ਅਤੇ ਉੱਪਰੋਂ ਐਪਲ ਆ ਰਿਹਾ ਥੱਲੇ, ਹੈ ਨਾ। ਅਤੇ ਇਹਦਾ ਮਤਲਬ ਇਹ ਐਪਲ ਟਰੀ ਆ, ਹੈ ਨਾ, ਠੀਕ ਹੈ। ਅਤੇ ਆਪਾਂ ਇੱਕ ਵਾਰੀ ਜਿਹਨੇ ਆਹ ਸਟੋਰੀ ਲਿਖੀ ਆ, ਹੈ ਨਾ, ਉਹਦੇ ਬਾਰੇ ਥੋੜ੍ਹਾ ਜਿਹਾ ਦੇਖ ਲੈਂਦੇ ਹਾਂ। ਆਪਾਂ ਨੇਮ ਤਾਂ ਦੇਖ ਹੀ ਲਿਆ, ਇੱਥੇ ਲਿਖਿਆ ਹੋਇਆ ਨਾ ਸ਼ੈਲ ਸਿਲਵਰਸਟੀਨ, ਜਿਨ੍ਹਾਂ ਨੇ ਆਹ ਸਟੋਰੀ ਲਿਖੀ ਹੋਈ ਆ, ਠੀਕ ਹੈ। ਉਹ ਹੈਗੇ ਸੀ ਅਮੈਰੀਕਨ ਰਾਈਟਰ, ਹੈ ਨਾ, ਅਮੈਰੀਕਾ ਨੂੰ ਬਿਲੋਂਗ ਕਰਦੇ ਸੀ ਉਹ, ਠੀਕ ਹੈ। ਅਤੇ ਅਮੈਰੀਕਨ ਹੈਗੇ ਆ, ਅਤੇ ਉਹਨਾਂ ਦਾ ਨਾਮ ਵੈਸੇ ਹੈਗਾ ਸ਼ੈਲਡਨ ਐਲਨ, ਠੀਕ ਹੈ। ਸ਼ੈਲਡਨ ਐਲਨ ਉਹਨਾਂ ਦਾ ਨੇਮ ਆ। ਅਤੇ ਉਹਨਾਂ ਨੇ ਬਹੁਤ ਸਾਰੇ ਸੌਂਗਸ ਲਿਖੇ ਆ, ਠੀਕ ਹੈ। ਕਾਰਟੂਨ ਦੀਆਂ ਪਿਕਚਰਸ ਬਣਾਈਆਂ ਉਹਨਾਂ ਨੇ ਖੁਦ, ਅਤੇ ਨਾਲ ਹੀ ਉਹਨਾਂ ਨੇ ਬੱਚਿਆਂ ਦੇ ਲਈ ਵੀ ਬਹੁਤ ਸਾਰੀਆਂ ਬੁੱਕਸ ਲਿਖੀਆਂ ਆ, ਠੀਕ ਹੈ। ਚਿਲਡਰਨ ਬੁੱਕਸ ਲਿਖੀਆਂ ਉਹਨਾਂ ਨੇ ਬਹੁਤ ਸਾਰੀਆਂ। ਅਤੇ ਨਾਲ ਨਾਲ ਹੀ ਜਿਹੜੀਆਂ ਉਹਨਾਂ ਦੀਆਂ ਬੁੱਕਸ ਜਿਹੜੀਆਂ ਲਿਖੀਆਂ ਹੋਈਆਂ ਸੀ 30 ਹੋਰ ਲੈਂਗੁਏਜਿਸ ਦੇ ਵਿੱਚ ਉਹਨੂੰ ਟਰਾਂਸਲੇਟ ਕੀਤਾ ਗਿਆ ਆ। ਅਤੇ ਉਹਨਾਂ ਦੀਆਂ ਹੁਣ ਤੱਕ 20 ਮਿਲੀਅਨ ਬੁੱਕਸ ਜਿਹੜੀਆਂ 20 ਮਿਲੀਅਨ ਤੋਂ ਵੀ ਵੱਧ ਹੀ, ਹੈ ਨਾ, ਹੁਣ ਤੱਕ ਸੇਲ ਹੋ ਚੁੱਕੀਆਂ ਆ, ਠੀਕ ਹੈ। ਇਹ ਜਿਹੜੇ ਰਾਈਟਰ ਆ ਸ਼ੈਲ ਸਿਲਵਰਸਟੀਨ, ਠੀਕ ਹੈ। ਚਲੋ ਹੁਣ ਆਪਾਂ ਇਹਨਾਂ ਦੀ ਇਹ ਵਾਲੀ ਸਟੋਰੀ ਦੇਖਦੇ ਹਾਂ ਕਿ ਇਹਦੇ 'ਚ ਕੀ ਆ। ਲੈਟਸ ਰੀਡ ਦਾ ਸਟੋਰੀ। ਵੰਸ ਦੇਅਰ ਵਾਜ਼ ਅ ਟਰੀ ਐਂਡ ਸ਼ੀ ਲਵਡ ਅ ਲਿਟਲ ਬੋਏ। ਇੱਕ ਵਾਰੀ ਇੱਕ ਦਰਖਤ ਸੀ, ਹੈ ਨਾ, ਅਤੇ ਉਹ ਇੱਕ ਛੋਟੇ ਲੜਕੇ ਨੂੰ ਬਹੁਤ ਪਿਆਰ ਕਰਦੇ ਸੀ। ਹੁਣ ਇੱਥੇ ਸ਼ੀ ਲਿਖਿਆ ਹੋਇਆ, ਹੈ ਨਾ, ਮਤਲਬ ਫੀਮੇਲ 'ਚ ਲਿਖਿਆ ਹੋਇਆ ਇਹ, ਕਿ ਉਹ ਲੜਕੇ ਨੂੰ ਬਹੁਤ, ਛੋਟੇ ਲੜਕੇ ਨੂੰ ਬਹੁਤ ਪਿਆਰ ਕਰਦੀ ਸੀ। ਐਵਰੀ ਡੇ ਦ ਬੋਏ ਵੁੱਡ ਕਮ ਈਟ ਐਪਲਸ ਐਂਡ ਪਲੇ ਵਿਦ ਹਰ। ਅਤੇ ਹਰ ਰੋਜ਼ ਹੀ ਲੜਕਾ ਉੱਥੇ ਆਉਂਦਾ ਸੀ, ਐਪਲ ਖਾਂਦਾ ਸੀ ਆ ਕੇ, ਹੈ ਨਾ, ਅਤੇ ਉਹਦੇ ਨਾਲ ਖੇਡਦਾ ਸੀ। ਹੀ ਵੁੱਡ ਸਵਿੰਗ ਫਰੋਮ ਹਰ ਬ੍ਰਾਂਚਿਸ ਐਂਡ ਈਟ ਐਪਲਸ।
ਤੇ ਉੱਥੇ ਆ ਕੇ ਉਹ ਉਹਦੀਆਂ ਟਾਹਣੀਆਂ ਦੇ ਉੱਪਰ ਮਤਲਬ ਝੂਟੇ ਲੈਂਦਾ ਹੈ ਨਾ, ਤੇ ਨਾਲ ਹੀ ਉੱਥੇ ਸੇਬ ਵੀ ਖਾ ਲੈਂਦਾ। ਦ ਬੋਏ ਲਵਡ ਦ ਟਰੀ ਵੈਰੀ ਮੱਚ, ਤੇ ਲੜਕਾ ਉਸ ਦਰਖਤ ਨੂੰ ਵੀ ਬਹੁਤ ਪਿਆਰ ਕਰਦਾ ਸੀ। ਐਂਡ ਦ ਟਰੀ ਵਾਜ਼ ਵੈਰੀ ਹੈਪੀ, ਤੇ ਜਿਹੜਾ ਦਰਖਤ ਸੀ ਉਹ ਵੀ ਬਹੁਤ ਖੁਸ਼ ਸੀ ਹੈ ਨਾ। ਦ ਟਾਈਮ ਵੈਂਟ ਬਾਏ, ਹਾਂਜੀ ਹੁਣ ਸਮਾਂ ਬੀਤਦਾ ਗਿਆ। ਦ ਬੋਏ ਗ੍ਰਿਊ ਓਲਡਰ, ਤੇ ਜਿਹੜਾ ਉਹ ਪਹਿਲਾਂ ਛੋਟਾ ਬੱਚਾ ਸੀ ਹੈ ਨਾ ਉਹ ਵੱਡਾ ਹੋ ਗਿਆ ਹੁਣ। ਦ ਟਰੀ ਵਾਜ਼ ਆਫਨ ਅਲੋਨ, ਤੇ ਹੁਣ ਦਰਖਤ ਵੀ ਕਈ ਮਤਲਬ ਇਕੱਲਾ ਹੀ ਰਹਿ ਗਿਆ ਸੀ ਹੈ ਨਾ, ਅਕਸਰ ਇਕੱਲਾ ਰਹਿ ਜਾਂਦਾ ਸੀ ਉਹ। ਵਨ ਡੇ ਦ ਬੋਏ ਕੇਮ ਟੂ ਦ ਟਰੀ, ਤੇ ਇੱਕ ਦਿਨ ਕੀ ਹੋਇਆ, ਉਹੀ ਲੜਕਾ ਫੇਰ ਆ ਜਾਂਦਾ ਉੱਥੇ ਦਰਖਤ ਦੇ ਕੋਲ ਆਇਆ। ਦ ਟਰੀ ਸੈਡ, ਫਿਰ ਦਰਖਤ ਨੇ ਉਹਨੂੰ ਕਿਹਾ, ਕਮ ਬੋਏ ਕਮ, ਕਲਾਈਂਬ ਅਪ ਮਾਈ ਟਰੰਕ, ਸਵਿੰਗ ਫਰੋਮ ਮਾਈ ਬ੍ਰਾਂਚਿਸ, ਈਟ ਐਪਲਸ ਐਂਡ ਬੀ ਹੈਪੀ। ਤੇ ਉਹਨੇ ਦਰਖਤ ਨੇ ਉਹਨੂੰ ਕਿਹਾ ਲੜਕੇ ਨੂੰ, ਕਹਿੰਦਾ ਕਿ ਆ ਜਾਓ ਲੜਕੇ, ਆ ਜਾਓ ਤੁਸੀਂ ਆ ਕੇ ਮੇਰੇ ਤਣੇ ਦੇ ਉੱਪਰ ਚੜ੍ਹੋ ਤੇ ਮੇਰੀਆਂ ਟਾਹਣੀਆਂ ਦੇ ਉੱਪਰ ਚੜ੍ਹ ਕੇ ਝੂਟੇ ਲਓ, ਸੇਬ ਖਾਓ ਤੇ ਖੁਸ਼ ਰਹੋ ਹੈ ਨਾ। ਉਹ ਦਰਖਤ ਨੂੰ ਕਹਿੰਦਾ ਇਹ ਗੱਲਾਂ। ਹੁਣ ਉਹਨੇ ਕੀ ਕਿਹਾ, ਆਈ ਐਮ ਟੂ ਬਿਗ ਟੂ ਕਲਾਈਂਬ ਐਂਡ ਪਲੇ ਸੈਡ ਦ ਬੋਏ। ਹੁਣ ਉਸ ਲੜਕੇ ਨੇ ਕੀ ਕਿਹਾ ਟਰੀ ਨੂੰ ਹੈ ਨਾ, ਉਹ ਕਹਿੰਦਾ ਹੁਣ ਤਾਂ ਮੈਂ ਬਹੁਤ ਵੱਡਾ ਹੋ ਗਿਆ, ਠੀਕ ਹੈ, ਹੁਣ ਨਹੀਂ ਮੈਂ ਚੜ੍ਹ ਸਕਦਾ ਤੇ ਨਾ ਹੀ ਖੇਡ ਸਕਦਾ ਆ। ਆਈ ਵੋਂਟ ਸਮ ਮਨੀ ਟੂ ਬਾਏ ਥਿੰਗਸ ਐਂਡ ਹੈਵ ਫਨ, ਤੇ ਕਹਿੰਦਾ ਹੁਣ ਤਾਂ ਮੈਨੂੰ ਪੈਸਾ ਚਾਹੀਦਾ ਜਿਹਦੇ ਨਾਲ ਮੈਂ ਚੀਜ਼ਾਂ ਖਰੀਦ ਸਕਾਂ ਤੇ ਇੰਜੋਏ ਕਰ ਸਕਾਂ ਹੈ ਨਾ। ਕੈਨ ਯੂ ਗਿਵ ਮੀ ਸਮ ਮਨੀ, ਤੇ ਉਹਨੇ ਉਹਨੂੰ ਕਿਹਾ ਦਰਖਤ ਨੂੰ, ਕਹਿੰਦਾ ਕੀ ਤੂੰ ਮੈਨੂੰ ਕੁਛ ਪੈਸਾ ਦੇ ਸਕਦਾ ਆ। ਦ ਟਰੀ ਸੈਡ, ਆਈ ਹੈਵ no money but you can take my apples and sell them in the city। ਤੇ ਹੁਣ ਟਰੀ ਨੇ ਕਿਹਾ, ਕਹਿੰਦਾ ਕਿ ਮੇਰੇ ਕੋਲ ਪੈਸੇ ਤਾਂ ਹੈ ਨਹੀਂ, ਤੇ ਤੂੰ ਇਸ ਤਰ੍ਹਾਂ ਕਰ ਸਕਦਾ, ਤੂੰ ਮੇਰੇ ਤੋਂ ਐਪਲਸ ਲੈ ਜਾ ਤੇ ਸ਼ਹਿਰ 'ਚ ਲਿਜਾ ਕੇ ਇਹਨਾਂ ਨੂੰ ਵੇਚ ਦੇ। then you will have some money and you will be happy। ਕਹਿੰਦਾ ਜਦੋਂ ਤੂੰ ਫਿਰ ਐਪਲ ਵੇਚ ਦੇਵਾਂਗਾ ਜਾ ਕੇ ਨਾ ਮਾਰਕੀਟ 'ਚ ਜਾ ਕੇ, ਸ਼ਹਿਰ 'ਚ ਜਾ ਕੇ ਵੇਚ ਦੇਣੇ ਆ, ਉਸ ਤੋਂ ਬਾਅਦ ਤੇਰੇ ਕੋਲ ਪੈਸੇ ਆ ਜਾਣਗੇ ਤੇ ਤੂੰ ਖੁਸ਼ ਹੋ ਜਾਵੇਂਗਾ, ਠੀਕ ਹੈ। ਇਸ ਤਰੀਕੇ ਨਾਲ ਕਹਿੰਦਾ ਤੈਨੂੰ ਪੈਸੇ ਵੀ ਮਿਲ ਜਾਣਗੇ ਤੇ ਤੂੰ ਖੁਸ਼ ਵੀ ਹੋ ਜਾਏਗਾ। ਦ ਬੋਏ ਡਿਡ ਸੋ ਐਂਡ ਵੈਂਟ ਅਵੇ, ਤੇ ਫਿਰ ਲੜਕੇ ਨੇ ਵੀ ਇਸੇ ਤਰ੍ਹਾਂ ਕੀਤਾ, ਫਿਰ ਉਹ ਉੱਥੋਂ ਚਲਾ ਗਿਆ। ਦ ਟਰੀ ਵਾਜ਼ ਹੈਪੀ, ਦਰਖਤ ਫਿਰ ਵੀ ਖੁਸ਼ ਸੀ ਹੈ ਨਾ। ਦ ਬੋਏ ਡਿਡ ਨਾਟ ਕਮ ਬੈਕ ਫॉर ਅ ਲੌਂਗ ਟਾਈਮ, ਹੁਣ ਉਸ ਤੋਂ ਬਾਅਦ ਉਹ ਲੜਕਾ ਕਾਫੀ ਸਮੇਂ ਤੱਕ ਦੁਬਾਰਾ ਨਹੀਂ ਆਇਆ ਉਹਦੇ ਕੋਲ ਹੈ ਨਾ। ਦ ਟਰੀ ਵਾਜ਼ ਸੈਡ, ਤੇ ਦਰਖਤ ਫਿਰ ਕੀ ਹੋ ਗਿਆ, ਉਦਾਸ ਹੋ ਗਿਆ। ਵਨ ਡੇ ਦ ਬੋਏ ਕੇਮ ਬੈਕ, ਫਿਰ ਇੱਕ ਦਿਨ ਕੀ ਹੋਇਆ, ਉਹੀ ਲੜਕਾ ਫਿਰ ਵਾਪਸ ਆਇਆ। ਦ ਟਰੀ ਸੈਡ ਵਿਦ ਜੋਏ, ਜੋਏ ਹੁੰਦਾ ਖੁਸ਼ੀ ਹੈ ਨਾ, ਤੇ ਫਿਰ ਦਰਖਤ ਖੁਸ਼ੀ ਦੇ ਨਾਲ ਬੋਲਿਆ, ਕਮ ਬੋਏ ਕਮ, ਕਲਾਈਂਬ ਅਪ ਮਾਈ ਟਰੰਕ, ਸਵਿੰਗ ਫਰੋਮ ਮਾਈ ਬ੍ਰਾਂਚਿਸ, ਈਟ ਐਪਲਸ ਐਂਡ ਬੀ ਹੈਪੀ। ਉਹਨੇ ਫਿਰ ਉਹੀ ਵਰਡਿੰਗ ਦੁਬਾਰਾ ਤੋਂ ਬੋਲੀ, ਕਹਿੰਦਾ ਆਓ ਲੜਕੇ ਆਓ, ਮੇਰੇ ਤਣੇ ਦੇ ਉੱਪਰ ਚੜ੍ਹੋ ਤੇ ਮੇਰੀਆਂ ਟਾਹਣੀਆਂ ਦੇ ਉੱਪਰ ਝੂਟੇ ਲਓ, ਸੇਬ ਖਾਓ ਤੇ ਖੁਸ਼ ਰਹੋ। ਫਿਰ ਉਹਨੇ ਕੀ ਕਿਹਾ, ਕਹਿੰਦਾ ਆਈ ਐਮ ਟੂ ਬਿਜ਼ੀ ਟੂ ਕਲਾਈਂਬ ਟਰੀਜ਼ ਸੈਡ ਦ ਬੋਏ, ਆਈ ਵਾਂਟ ਟੂ ਗੈਟ ਮੈਰਿਡ। ਤੇ ਉਦੋਂ ਬਾਅਦ ਉਹ ਲੜਕੇ ਨੇ ਹੁਣ ਕੀ ਕਿਹਾ, ਕਹਿੰਦਾ ਹੁਣ ਤਾਂ ਮੈਂ ਬਹੁਤ ਬਿਜ਼ੀ ਹੋ ਚੁੱਕਾ ਹੈ ਨਾ, ਹੁਣ ਤਾਂ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈਗਾ ਦਰਖਤ 'ਤੇ ਚੜ੍ਹਨ ਦੇ ਲਈ, ਠੀਕ ਹੈ। ਕਹਿੰਦਾ ਹੁਣ ਮੈਂ ਬਿਜ਼ੀ ਹਾਂ, ਮੇਰੇ ਤੋਂ ਦਰਖਤਾਂ 'ਤੇ ਚੜ੍ਹਨ ਲਈ ਟਾਈਮ ਨਹੀਂ ਹੈਗਾ। ਕਹਿੰਦਾ ਹੁਣ ਤਾਂ ਮੈਂ ਵੱਡਾ ਹੋ ਗਿਆ ਤੇ ਮੈਂ ਕੀ ਕਰਨਾ, ਮੈਰਿਜ ਕਰਾਉਣੀ ਆ, ਠੀਕ ਹੈ। ਕਹਿੰਦਾ ਹੁਣ ਤਾਂ ਮੈਂ ਵਿਆਹ ਕਰਵਾਉਣਾ, ਠੀਕ ਹੈ। ਆਈ ਵਾਂਟ ਟੂ ਗੈਟ ਮੈਰਿਡ, ਆਈ ਨੀਡ ਅ ਹਾਊਸ, ਤੇ ਕਹਿੰਦਾ ਉਹਦੇ ਲਈ ਮੈਨੂੰ ਘਰ ਵੀ ਚਾਹੀਦਾ, ਮੈਨੂੰ ਘਰ ਦੀ ਲੋੜ ਆ। ਕੈਨ ਯੂ ਗਿਵ ਮੀ ਅ ਹਾਊਸ, ਹੈ ਨਾ, ਕਹਿੰਦਾ ਕੀ ਤੂੰ ਮੈਨੂੰ ਘਰ ਦੇ ਸਕਦਾ ਹੈ ਨਾ, ਟਰੀ ਨੂੰ ਕਿਹਾ ਉਹਨੇ। ਦ ਟਰੀ ਸੈਡ, ਯੂ ਮੇ ਕੱਟ ਆਫ ਮਾਈ ਬ੍ਰਾਂਚਿਸ, ਤੇ ਫਿਰ ਦਰਖਤ ਨੇ ਕਿਹਾ, ਕਹਿੰਦਾ ਤੂੰ ਮੇਰੀਆਂ ਟਾਹਣੀਆਂ ਕੱਟ ਸਕਦਾ ਹੈ ਨਾ। ਬਿਲਡ ਅ ਹਾਊਸ ਐਂਡ ਬੀ ਹੈਪੀ, ਤੇ ਕਹਿੰਦਾ ਫਿਰ ਇਹਨਾਂ ਤੋਂ ਹੀ ਤੂੰ ਘਰ ਬਣਾ ਲਈ ਤੇ ਖੁਸ਼ ਰਹੀ। ਦ ਬੋਏ ਕੱਟ ਆਫ ਹਰ ਬ੍ਰਾਂਚਿਸ ਐਂਡ ਕੈਰੀਡ them ਅਵੇ ਟੂ ਬਿਲਡ ਹਿਸ ਹਾਊਸ। ਉਸ ਤੋਂ ਬਾਅਦ ਉਸ ਲੜਕੇ ਨੇ ਕੀ ਕੀਤਾ, ਉਹਦੀਆਂ ਟਾਹਣੀਆਂ ਜਿਹੜੀਆਂ ਸੀ ਉਹ ਕੱਟੀਆਂ ਤੇ ਉਹਨਾਂ ਨੂੰ ਉੱਥੋਂ ਲੈ ਕੇ ਚਲਾ ਗਿਆ, ਠੀਕ ਹੈ, ਦੂਰ, ਤੇ ਜਾ ਕੇ ਉਹਨੇ ਆਪਣਾ ਘਰ ਬਣਾ ਲਿਆ। ਦ ਟਰੀ ਵਾਜ਼ ਹੈਪੀ, ਦਰਖਤ ਫਿਰ ਵੀ ਖੁਸ਼ ਸੀ। ਦ ਬੋਏ ਅਗੇਨ ਸਟੇਡ ਅਵੇ ਫॉर ਅ ਲੌਂਗ ਟਾਈਮ, ਉਸ ਤੋਂ ਬਾਅਦ ਫਿਰ ਕਿੰਨਾ ਟਾਈਮ ਨਿਕਲ ਗਿਆ, ਲੰਘ ਗਿਆ ਟਾਈਮ ਹੈ ਨਾ, ਤੇ ਉਹ ਫਿਰ ਨਹੀਂ ਆਇਆ ਵਾਪਸ, ਉਹ ਤੋਂ ਫਿਰ ਵੀ ਦੂਰ ਹੀ ਰਿਹਾ ਉਹ ਕਿੰਨਾ ਟਾਈਮ ਤੱਕ। ਵਨ ਡੇ ਹੀ ਕੇਮ ਬੈਕ, ਤੇ ਫਿਰ ਇੱਕ ਦਿਨ ਫਿਰ ਵਾਪਸ ਆਇਆ। ਦ ਟਰੀ ਵਾਜ਼ ਵੈਰੀ ਹੈਪੀ ਐਂਡ ਸੈਡ, ਤੇ ਹੁਣ ਦਰਖਤ ਫਿਰ ਬਹੁਤ ਖੁਸ਼ ਹੋਇਆ। ਫਿਰ ਉਹਨੇ ਕਿਹਾ, ਕਮ ਬੋਏ ਕਮ, ਕਲਾਈਂਬ ਅਪ ਮਾਈ ਟਰੰਕ,
swing from my branches, eat apples and be happy। फिर उन्हें उही वाली अपनी वर्डिंग फिर बोली, आओ लड़के आओ मेरिया ट्रंक दे उपर मेरी तने दे उपर चढ़ो ते मेरिया टहनियां दे उपर झूटे लो, सेब खाओ ते खुश रहो। ठीक है, हुण उदों बाद देखो द बॉय सैड आई एम टू सैड टू प्ले। तो लड़के ने कहा कहता मैं तो बहुत उदास हाँ ना, मैं नहीं खेड सकता हजे। कहता आई वॉन्ट टू गो टू अनदर सिटी फॉर बिजनेस। कहता हुण मैं की करना है, कहता मैं तो दूसरे शहर च जाना है, अपना व्यापार करने के लिए जाना चाहना है। कैन यू गिव मी अ बोट दैट विल टेक मी अवे टू अनदर सिटी। कहता कि तू मैनू किश्ती दे सकदा, मतलब जिहदे नाल मैं दूसरी सिटी दे विच दूसरे शहर दे विच जा सकांगा। द ट्री सैड कट डाउन माई ट्रंक एंड मेक अ बोट। तो फिर दरख्त ने कहा कहता तू इस तरह कर, तू मेरा जिहड़ा तना आ उहनूं कट ला ते कट के उहदी एक किश्ती बना ला। दैन यू कैन सेल अवे एंड बी हैप्पी। तो फिर तू इहदे च बैठ के तैर के चले जाई ते खुश रही। द बॉय डिड सो एंड सेल्ड अवे। तो फिर लड़के ने फिर इसी तरह ही किया ते उही किश्ती बना के उहदे च बैठ के उत्थों अगले मतलब सिटी दे विच चला जांदा तैर के। द ट्री वॉज वेरी हैप्पी बट नॉट रियली। हुण की सी दरख्त खुश तो सी पर असल च खुश नहीं सीगा वो, है ना। देखो हुण तां उहदा सारा ही मतलब उन्हें सारा कुछ ही दे दित्ता सी उहनूं, है ना। पहला उन्हें ब्रांचिस देतियां, अपनियां टाहनियां देतियां, फिर उन्हें अपना एप्पल्स भी पहला दे दित्ते सी उन्हें भी बेचिया, है ना। उस तो बाद उन्हें अपना ट्रंक भी उन्होंने कह दित्ता भी तू कट ला, ये तो बोट बना ला, है ना। हुण देखो उस तो बाद की हुंदा। After a long time, the boy, who was now an old man, came back again। ते बहुत समय बाद हुण एक लड़का, उही वाला लड़का जिहड़ा कि हुण एक मतलब बुढ़ा हो चुका सी, वो है ना, बुढ़ा आदमी बन चुका सी, ते दोबारा वो उत्थे आउंदा। आ देखो इधरों पिक्चर च दिख भी रहा ना, हुण वो बुढ़ा हो जांदा, एजड हो जांदा, ते वो फिर भी उत्थे आउंदा। फिर वो आके कहंदा आई एम सॉरी बॉय आई हैव नथिंग टू गिव यू सैड द ट्री। तो जदों दरख्त उहनूं देखदा भी वो फिर आया आ, फिर वो दरख्त उहनूं कहंदा हुण तू मैनूं माफ़ कर दे लड़के, कहंदा हुण तां मेरे कोल तैनूं देण लई कुछ भी नहीं हैगा। सैड द ट्री, दरख्त ने उहनूं कहा। आई विश आई कुड गिव यू समथिंग। कहंदा पर मैं इच्छा जरूर करदा कि भी मैं तैनूं हजे भी कुछ होर दे सकां। आई एम जस्ट एन ओल्ड स्टंप। कहंदा हुण मेरे को बचिया कुछ नहीं, कहंदा हुण मैं तां एक दरख्त दा एक हिस्सा बचिया, जिहड़ा मेरा नीचे वाला हिस्सा हुंदा, उपरों तां सारा कट हो गया। स्टंप हुंदा जदों आपां दरख्त कट दिंने आ, जिहड़ा तुसीं देख रहे हो ना पिक्चर 'च, है ना, इहनूं आपां स्टंप कह दिंने, जिहड़ा उहदा बेस हुंदा दरख्त दा, जिहड़ा बच जांदा बाद च कट्टण तो बाद, ਉਹਨੂੰ ਸਟੰਪ ਕਹਿ ਦਿੰਦੇ ਆਪਾਂ। ठीक है, वो कहता हुण तां भी मैं एक बचिया खुचिया एक हिस्सा रह गया दरख्त का, कहता हुण तां मेरे को कुछ भी नहीं रहा। ठीक है, तो आई डोंट नीड एनीथिंग नाउ, आई जस्ट वॉन्ट अ क्वाइट प्लेस टू सिट एंड रेस्ट, आई एम वेरी टायर्ड सैड द बॉय। पर हुण की होया, हुण उस लड़के ने कहा जिहड़ा हुण एजड हो चुका सी ना, बुढ़ा हो चुका सी वो, तो हुण उहने कहा कहंदा मैनूं हुण किसी चीज़ की जरूरत नहीं हैगी, है ना। कहंदा मैनूं तां हुण एक इस तरह की जगह चाहिए, शांति वाली जगह, ठीक है, जिथे जाके मैं बैठ जावां, ठीक है, तो आराम करा। तो हुण मैं बहुत थक चुकिया, कहंदा, है ना, टायर्ड मीनस थक गया, कहंदा मैं हुण थक गया। उस लड़के ने कहा वैल एन ओल्ड स्टंप इज़ गुड फॉर सिटिंग एंड रेस्टिंग। फिर भी उन्हें कहा दरख्त ने, कहंदा खैर, कहंदा एक पुराना जिहड़ा स्टंप हुंदा आ, दरख्त का बेस हुंदा, आधार हुंदा है ना कट्टे हुए दरख्त का, कहंदा वो बैठण दे लई ते आराम करन लई बड़ी वधिया जगह हुंदी आ। कम बॉय सिट डाउन एंड रेस्ट। तो फिर भी उन्हें कहा दरख्त ने, कहंदा तू आ जा लड़के, ते इत्थे बैठ, ते इहदे उपर बैठ जा ते आराम कर। द बॉय सैट ऑन द स्टंप टू रेस्ट। फिर उहदे उत्ते बैठ जांदा, जाके उहदे उत्ते आराम करदा। एंड द ट्री वॉज वेरी हैप्पी। ठीक है, तो फिर भी दरख्त बहुत ज़्यादा खुश हुंदा। हाँ जी, हुण आपां सारी स्टोरी पढ़ी, ਇਹਦੇ ਚੋਂ ਕੀ ਸਮਝ ਆਇਆ ਤੁਹਾਨੂੰ? ਆ ਨੀਚੇ ਰਾਈਟਰ ਦਾ ਨੇਮ ਦੁਬਾਰਾ ਲਿਖਿਆ ਹੋਇਆ, ਇੱਥੋਂ ਦੇਖ ਲਿਓ, ਸ਼ੈਲ ਸਿਲਵਰਸਟੀਨ, ਹੈ ਨਾ। ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ ਸੀ ਕਿ ਇਹ ਅਮਰੀਕਨ ਰਾਈਟਰਸ ਆ, ਹੈ ਨਾ, ਅਤੇ ਇਹਨਾਂ ਨੇ ਬੱਚਿਆਂ ਦੇ ਲਈ ਬੁੱਕਸ ਲਿਖੀਆਂ ਆ, ਚਿਲਡਰਨਸ ਰਾਈਟਰ ਹੈਗੇ ਇਹ। ਓਕੇ, ਅਤੇ ਇਸ ਸਟੋਰੀ ਦੇ ਵਿੱਚ ਇਹਨਾਂ ਨੇ ਵੈਸੇ ਟਰੀਜ਼ ਦੀ ਇੰਪੋਰਟੈਂਸ ਦੱਸੀ ਹੈ ਨਾ, ਦਰਖਤਾਂ ਦੀ, ਵੀ ਆਪਣੀ ਲਾਈਫ ਦੇ ਵਿੱਚ ਜਿਹੜੇ ਦਰਖਤ ਆ ਉਹਨਾਂ ਦੀ ਕਿੰਨੀ ਇੰਪੋਰਟੈਂਸ ਹੈ, ਵੀ ਦਰਖਤ ਆਪਾਂ ਨੂੰ ਕੀ ਕੁਛ ਦਿੰਦੇ ਆ, ਹੈ ਨਾ, ਪੂਰੀ ਲਾਈਫ 'ਚ ਆਪਾਂ ਨੂੰ ਕੀ ਕੁਛ ਦਿੰਦੇ ਆ ਉਹ। ਠੀਕ ਹੈ, ਫਰੂਟ ਦਿੰਦੇ ਆ,
ठीक है, वुड दिंदे आ, छां भी दिंदे आ, है ना, शेड भी नीचे बैठण दे लई, ठीक है, सारा कुछ वो आपां नूं दिंदे आ, पोल्यूशन फ्री करदे आ एटमोसफेयर अपना, है ना, काफ़ी कुछ दिंदे आ। ते इहदे च उन्हां ने दरख्त दी इंपोर्टेंस दित्ती आ, ठीक है। ते आपां की कर सकदे आ, है ना, इहनूं लैसन नूं रीड करन तो बाद आपां ये कर सकदे आ कि आपां हर बच्चा तुसीं एक एक की लगा सकदे आ, प्लांट लगाओ, है ना, प्लांट लगा सकदे आ एक एक, फिर ਉਹਦੀ ਤੁਸੀਂ ਟੇਕ ਕੇਅਰ ਕਰਨੀ ਆ, ਹੈ ਨਾ, ਕਿਉਂਕਿ ਆਪਾਂ ਨੂੰ ਉਹ ਬਹੁਤ ਕੁਝ ਦਿੰਦੇ ਆ ਨਾ, ਤੇ ਜੇ ਆਪਾਂ ਕੱਟੀ ਜਾਵਾਂਗੇ, ਹੋਰ ਨਹੀਂ ਲਗਾਵਾਂਗੇ, ਫਿਰ ਤਾਂ ਉਹ ਖਤਮ ਹੋ ਜਾਣਗੇ, ਫਿਰ ਆਪਾਂ ਨੂੰ ਕੁਝ ਨਹੀਂ ਮਿਲਦਾ, ਹੈ ਨਾ। ਇਸ ਲਈ ਆਪਾਂ ਨੂੰ ਵੱਧ ਤੋਂ ਵੱਧ ਜਿਹੜੇ ਦਰਖਤ ਆ ਉਹ ਲਗਾਉਣੇ ਚਾਹੀਦੇ ਆ, ਹੈ ਨਾ। ਵਧੀਆ ਸਟੋਰੀ ਸੀ, ਚਲੋ ਠੀਕ ਹੈ ਬੇਟਾ, ਇਹਨੂੰ ਰੀਡ ਆਊਟ ਕਰ ਲਿਓ। ਡਿਫੀਕਲਟ ਵਰਡਸ ਇੱਕ ਵਾਰੀ ਦੁਬਾਰਾ ਦੇਖ ਲਿਓ, ਜਿਹੜੇ ਵਰਡਸ ਆ ਇਹਨੂੰ ਬੋਲ ਕੇ ਦੇਖ ਲਿਓ, ਹੈ ਨਾ। ਜਿਹੜੇ ਸਪੈਲਿੰਗ ਲਿਖਣੇ ਨਹੀਂ ਆਉਂਦੇ ਇਹਨਾਂ ਵਿੱਚੋਂ, ਉਹ ਸਪੈਲਿੰਗਸ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਿਓ, ਓਕੇ। ਹਾਂਜੀ, ਚਲੋ ਹੁਣ ਆਪਾਂ ਇਸ ਚੈਪਟਰ ਦੀ ਬੁੱਕ ਐਕਸਰਸਾਈਜ਼ ਦੇਖਦੇ ਹਾਂ। ਪੋਸਟ ਰੀਡਿੰਗ ਵੋਕੈਬਲਰੀ ਐਕਸਪੈਂਸ਼ਨ ਐਕਟੀਵਿਟੀ 2, ਰੀਡ ਦ ਫੋਲੋਇੰਗ ਫਰੇਜ਼ਸ, find out their meaning by reading the story again, write 2 meaningful sentences using each phrase। ਹਾਂਜੀ, ਹੁਣ ਉਹ ਕਹਿੰਦੇ ਕਿ ਤੁਸੀਂ ਸਟੋਰੀ ਪੜ੍ਹ ਲਈ ਆ, ਠੀਕ ਹੈ, ਆ ਨੀਚੇ ਫਰੇਜ਼ਸ ਜਿਹੜੀਆਂ ਲੈਸਨ ਦੇ ਵਿੱਚ ਸੀ ਉਹ ਵੀ ਰੀਡ ਕੀਤੀਆਂ ਆ, ਅਤੇ ਤੁਸੀਂ ਇਹਨਾਂ ਦੇ ਮੀਨਿੰਗਸ ਲਿਖਣੇ ਆ, ਹੈ ਨਾ। ਅਤੇ ਜੇ ਨਹੀਂ ਸਮਝ ਆਇਆ ਇੱਕ ਵਾਰੀ ਤੁਹਾਨੂੰ ਦੁਬਾਰਾ ਤੋਂ ਰੀਡ ਕਰਕੇ ਦੇਖ ਸਕਦੇ ਆ, ਸਟੋਰੀ ਨੂੰ ਦੁਬਾਰਾ ਤੋਂ ਸੁਣ ਲਓ, ਠੀਕ ਹੈ। ਅਤੇ ਉਹਦੇ ਮੀਨਿੰਗ ਲਿਖਣ ਤੋਂ ਬਾਅਦ ਤੁਸੀਂ ਹਰੇਕ ਵਰਡ ਜਿਹੜਾ ਹੈ ਦਿੱਤਾ ਹੋਇਆ ਫਰੇਜ਼, ਇਹਦੇ 2-2 ਸੈਂਟੈਂਸਿਸ ਲਿਖਣੇ ਆ। ਪਹਿਲਾਂ ਇਹਨਾਂ ਦੀ ਮੀਨਿੰਗ ਕਲੀਅਰ ਕਰ ਲਓ ਵੀ ਇਹਦੀ ਪੰਜਾਬੀ ਕੀ ਹੈ ਨਾ। ਜਿਸ ਤਰ੍ਹਾਂ ਫਸਟ ਹੈਗਾ ਕਲਾਈਂਬ ਅਪ, ਹੈ ਨਾ। ਕਲਾਈਂਬ ਅਪ ਦਾ ਮਤਲਬ ਕੀ ਹੁੰਦਾ? ਉੱਪਰ ਚੜ੍ਹਨਾ, ਹੈ ਨਾ, ਦਰਖਤ 'ਤੇ ਚੜ੍ਹਨਾ। ਹਾਂਜੀ, ਇਹਦਾ ਹੁਣ ਕੀ ਬਣਾ ਸਕਦੇ ਹਾਂ ਸੈਂਟੈਂਸ? ਯੂ ਕੈਨ ਕਲਾਈਂਬ ਅਪ ਅ ਟਰੀ, ਹੈ ਨਾ। ਯੂ ਕੈਨ ਕਲਾਈਂਬ ਅਪ ਅ ਟਰੀ। ਅਤੇ ਇੱਕ ਹੋਰ ਬਣਾ ਸਕਦੇ ਹਾਂ, ਯੂ ਕੈਨ ਕਲਾਈਂਬ ਅਪ ਅ ਮਾਊਂਟੇਨ, ਠੀਕ ਹੈ। ਇਸ ਤਰੀਕੇ ਦੇ ਨਾਲ ਤੁਸੀਂ ਅਗਲੇ ਵੀ ਬਣਾ ਕੇ ਦੇਖਣੇ ਆ। ਇੱਕ ਵਾਰੀ ਮੀਨਿੰਗ ਦੇਖ ਲਓ ਇਹਨਾਂ ਦੇ। ਕੱਟ ਔਫ, ਹਾਂਜੀ, ਕੱਟ ਔਫ ਦਾ ਮਤਲਬ ਬੰਦ ਕਰ ਦਿਓ, ਠੀਕ ਹੈ, ਸਮਝ ਆ ਗਈ ਨਾ। ਕੱਟ ਔਫ ਦਾ ਮਤਲਬ ਬੰਦ ਕਰ ਦਿਓ, ਠੀਕ ਹੈ। ਅੱਗੇ ਇਹਦਾ ਜੇ ਲਿਖਣਾ ਤਾਂ ਚੱਲ ਲਿਖ ਲਓ, ਡੂ ਨੋਟ ਕੱਟ ਔਫ ਐਨੀ ਬ੍ਰਾਂਚ, ਡੂ ਨੋਟ ਕੱਟ ਔਫ ਐਨੀ ਬ੍ਰਾਂਚ, ਠੀਕ ਹੈ। ਦੇਖੋ ਲਿਖ ਲਓ, ਕੱਟ ਔਫ ਦਿਸ ਸ਼ਰਟ, ਠੀਕ ਹੈ, ਕੱਟ ਔਫ ਦਿਸ ਸ਼ਰਟ। ਹਾਂਜੀ, ਨੈਕਸਟ ਦੇਖਦੇ ਹਾਂ। ਨੈਕਸਟ ਹੈਗਾ ਕੱਟ ਡਾਊਨ। ਹਾਂਜੀ, ਨੈਕਸਟ ਇਜ਼ ਕੱਟ ਡਾਊਨ। ਕੱਟ ਡਾਊਨ ਦਾ ਮਤਲਬ ਕੱਟਣਾ ਕਿਸੇ ਚੀਜ਼ ਨੂੰ ਵੀ ਹੋ ਸਕਦਾ ਜਾਂ ਘਟਾਉਣਾ, ਹੈ ਨਾ। ਨੈਵਰ ਕੱਟ ਡਾਊਨ ਅ ਟਰੀ, ਵੀ ਕਿਸੇ ਵੀ ਦਰਖਤ ਨੂੰ ਕਦੀ ਵੀ ਨਾ ਕੱਟੋ। ਜਾਂ ਕੱਟ ਡਾਊਨ ਯੋਰ ਬੈਡ ਹੈਬਿਟਸ, ਜਾਂ ਆਪਣੀਆਂ ਬੁਰੀਆਂ ਆਦਤਾਂ ਛੱਡੋ ਜਾਂ ਘਟਾਓ, ਹੈ ਨਾ। ਨੈਕਸਟ ਇਜ਼ ਸਟੇ ਅਵੇ। ਹਾਂਜੀ, ਸਟੇ ਅਵੇ ਦਾ ਮਤਲਬ ਦੂਰ ਰਹੋ, ਹੈ ਨਾ। ਇਹਦਾ ਕੀ ਲਿਖ ਸਕਦੇ? ਸਟੇ ਅਵੇ ਫਰੋਮ ਬੈਡ ਹੈਬਿਟਸ, ਕਿ ਬੁਰੀਆਂ ਆਦਤਾਂ ਤੋਂ ਦੂਰ ਰਹੋ। ਜਾਂ ਲਿਖ ਸਕਦੇ ਹਾਂ ਸਟੇ ਅਵੇ ਫਰੋਮ ਬੈਡ ਕੰਪਨੀ, ਬੁਰੀ ਸੰਗਤ ਤੋਂ ਦੂਰ ਰਹੋ, ਹੈ ਨਾ। ਨੈਕਸਟ ਹੈਗਾ ਟੇਕ ਅਵੇ। ਹਾਂਜੀ, ਟੇਕ ਅਵੇ ਦਾ ਮਤਲਬ ਲੈ ਜਾਓ। ਯੂ ਕੈਨ ਟੇਕ ਅਵੇ ਮਾਈ ਬੁੱਕ, ਤੁਸੀਂ ਮੇਰੀ ਬੁੱਕ ਲਿਜਾ ਸਕਦੇ ਆ। ਅੱਗੇ ਕੀ ਲਿਖ ਸਕਦੇ? ਟੇਕ ਇਟ ਅਵੇ ਵਿਦ ਕੇਅਰ, ਵੀ ਇਹਨੂੰ ਪੂਰੇ ਧਿਆਨ ਦੇ ਨਾਲ ਲੈ ਕੇ ਜਾਣਾ, ਹੈ ਨਾ। ਇਸ ਤਰੀਕੇ ਨਾਲ ਤੁਸੀਂ ਇਹ ਫਰੇਜ਼ਸ ਨੂੰ ਸੈਂਟੈਂਸਿਸ ਦੇ ਵਿੱਚ ਚੇਂਜ ਕਰਨਾ। ਹਾਂਜੀ, ਨੈਕਸਟ ਆ ਗਿਆ ਲਰਨਿੰਗ ਟੂ ਰੀਡ ਐਂਡ ਕੰਪਰੀਹੈਂਡ। ਐਕਟੀਵਿਟੀ 3, ਰੀਡ ਦ ਸਟੋਰੀ ਕੇਅਰਫੁਲੀ ਐਂਡ ਆਨਸਰ ਦ ਫੋਲੋਇੰਗ ਕੁਐਸਚਨ ਇਨ ਯੈਸ ਔਰ ਨੋ। ਅਤੇ ਸਟੋਰੀ ਨੂੰ ਧਿਆਨ ਨਾਲ ਆਪਾਂ ਪੜ੍ਹ ਹੀ ਲਿਆ, ਹੈ ਨਾ। ਅਤੇ ਹੁਣ ਨੀਚੇ ਵਾਲੇ ਕੁਐਸਚਨਸ ਦੇ ਆਨਸਰ ਦੇਣੇ ਆ, ਯੈਸ ਜਾਂ ਨੋ 'ਚ ਆਨਸਰ ਦੇਣਾ ਹੈ, ਹਾਂ ਜਾਂ ਨਹੀਂ 'ਚ। ਫੋਰ ਐਗਜ਼ਾਮਪਲ ਇੱਕ ਦੱਸਿਆ ਹੋਇਆ ਇਹਨਾਂ ਨੇ। ਫਸਟ ਕੁਐਸਚਨ ਦੇਖੋ, ਡਿਡ ਦ ਬੋਏ ਲਵ ਦ ਟਰੀ ਵੈਨ ਹੀ ਵਾਜ਼ ਅ ਚਾਈਲਡ। ਅਤੇ ਜਦੋਂ ਬੱਚਾ ਛੋਟਾ ਸੀ ਕੀ ਉਹ ਦਰਖਤ ਨੂੰ ਪਿਆਰ ਕਰਦਾ ਸੀ, ਹੈ ਨਾ, ਕਰਦਾ ਸੀ ਨਾ। ਅਤੇ ਆਨਸਰ ਕੀ ਆ ਗਿਆ? ਯੈਸ ਹੀ ਡਿਡ, ਵੀ ਹਾਂ ਉਹ ਕਰਦਾ ਸੀ। ਇਸ ਤਰੀਕੇ ਨਾਲ ਬਾਕੀ ਦੇ ਸਾਰੇ ਜਿਹੜੇ ਕੁਐਸਚਨਸ ਆ ਇਹ ਵੀ ਕਰਨੇ ਆ ਤੁਸੀਂ। ਫਸਟ ਹੈ ਡਿਡ ਦ ਟਰੀ ਲਵ ਦ ਲਿਟਲ ਬੋਏ।
की दरख्त छोटे लड़के नूं प्यार करता सी, है ना। की आ सकदा यस, फिर कॉमा पा के ही डिड, है ना। सेम यही आ जाएगा आंसर। अगे क्वेश्चन नंबर 2, डिड द ट्री हैव मनी टू गिव द बॉय, की दरख्त ने उन्होंने पैसा दिता सी लड़के नूं। नो शी डिडंट हैव, उन्हें दिते नहीं सी क्योंकि उहदे को है ही नहीं सी, है ना, पैसे तो है नहीं सी। नो कॉमा शी डिड नॉट हैव, उहदे कोल है नहीं सी। अगे नंबर 3, डिड द बॉय वांट टू गो टू अ नियर बाय विलेज, ते की लड़का नेड़े दे पिंड जाना चाहता सी। नहीं। नो ही डिड नॉट, है ना, कित्थे जाना चाहता सी, वो तो सिटी च जाना चाहता सी। अगे नंबर 4, डिड द बॉय गैट मैरिड, कि उहदा ब्याह हो गया सी लड़के दा। आंसर की लिखोगे यस ही डिड, भी हाँ उन्हें मैरिज करवा ली सी। नेक्स्ट 5 नंबर, डिड द ट्री अलाउ द बॉय टू सिट डाउन ऑन द स्टंप, कि दरख्त ने उन्होंने अपने उपर स्टंप जिहड़ा सी उहदे उत्ते बैठन की आग्ञा दे दी सी। आंसर की आ गया यस ही डिड, हाँ जी उन्हें दिती सी आग्ञा, है ना। नैक्सट आ गए एक्टिविटी 4, आंसर द फॉलोइंग क्वेश्चनस। हाँ जी इन्हां दे आंसर देने हुण। नंबर 1, हू वुड कम एंड प्ले विद द ट्री, कौन आउंदा सी दरख्त दे नाल खेडण दे लई, है ना। आंसर की आएगा अ लिटिल बॉय वुड कम एंड प्ले विद द ट्री, है ना। हाँ जी नेक्स्ट देखो, हू वॉज टू बिग टू क्लाइंब एंड प्ले, हुण कौन बड़ा हो गया सीगा भी दरख्त ते चढ़ना नहीं, वो नहीं सी चढ़ सकदा ते वो खेड नहीं सी सकदा। द बॉय वॉज टू बिग टू क्लाइंब एंड प्ले, लड़का ही हो गया था ना बड़ा, है ना। आगे देखो क्वेश्चन नंबर 3, वाई डिड द बॉय वॉन्ट अ बोट, हाँ जी उन्होंने हुण बोट क्यों चाहिए सी। ही वॉन्टेड टू गो टू अनदर सिटी, क्योंकि उन्हें दूसरे शहर च जाना हुंदा है ना, तां ही उन्होंने बोट की जरूरत सी। नैक्सट क्वेश्चन नंबर 5, what did the tree say in the end, ते अंत दे विच की कहंदा हुंदा दरख्त। an old stump is good for sitting and resting, है ना, उन्हें ही कहा सी भी ओल्ड स्टंप जिहड़ा हुंदा वो बैठण दे लई रैस्ट करन लई बहुत वधिया हुंदा। कम boy sit down and rest, है ना, यही कहा सी ना। चैप्टर दे विच आ गए सारे क्वेश्चनस दे आंसर्स, उत्थों भी देख सकते हो, ठीक है, उत्थों भी क्वेश्चन देख के लिख सकते हैं। हाँ जी नैक्सट आ गया हुण एक्टिविटी 5, फिल इन द ब्लैंक्स विद द वर्ड्स गिवन बिलो, यू कैन यूज ईच वर्ड ट्वाइस इफ नैसेसरी। हाँ जी हुण बॉक्स दे विच वर्ड्स लिखे हुए आ ते इहदे चों तुसीं फाइंड आउट करके नीचे वालियां सारियां फिलअप्स है इन्हां दे विच फिल करने, ठीक है। तो कई वर्ड हो सकता हो ट्वाइस का मतलब हुंदा 2 बारी, भी कई हो सकता कि कुछ वर्ड जिहड़े वो 2 बारी भी यूज होने दे, वो भी देख लेना तुसीं, है ना। ये ना सोच लो भी ये तो आ चुका पहला दोबारा किद्दां होगा, है ना। हाँ जी नंबर 1 हैगा वंस देयर वॉज अ बॉय एंड अ डैश, हाँ जी इत्थे की आ सकदा अ बॉय एंड अ, इत्थे आऊगा ट्री, ठीक है, बॉय ते ट्री सीगे ना एक बारी इत्थे आना। नंबर 2 द बॉय प्लेड विद द, ਇਹਦੇ ਚ ਵੀ ਕੀ ਆਣਾ ट्री, सेम ही। अगे नंबर 3 द ट्री आस्क्ड द बॉय टू क्लाइंब अप एंड स्विंग, ਇਹਦੇ ਚ ਆਣਾ क्लाइंब अप, ठीक है, ते स्विंग दोनों ही आने ਇਹਦੇ ਚ 3rd नंबर च। अगे नंबर 4 द बॉय डैश ओल्डर, ਇਹਦੇ ਚ ਕੀ आएगा द बॉय ग्रू, आ वाला द बॉय ग्रू ओल्डर। हाँ जी नेक्स्ट देखो द ट्री आस्क्ड द बॉय टू सेल ऑफ डैश टू गेट मनी, इच की आ सकदा एप्पल्स। हाँ जी नेक्स्ट द बॉय कट ऑफ द ब्रांचेस टू मेक अ, की बनाया सी उन्हें हाउस। हाँ जी अगे हैगा द बॉय मेड अ बोट फ्रॉम द ट्रंक ऑफ द ट्री एंड डैश अवे एंड सेल्ड अवे, है ना, ये आंसर है। अगे द ट्री वॉज नॉट डैश, द ट्री वॉज नॉट हैप्पी, ठीक है, इन्हां
च तो यही है ना। नैक्सट देखते हैं। हाँ जी हुण नैक्सट है नंबर 9। द बॉय केम बैक टू द ट्री ही सैड दैट ही वॉज डैश। हुण उन्हें की कहा सी कि वो की आ टायर्ड। ठीक है उपर वालियां चो देख लो कित्थे टायर्ड ऐसी ये आंसर आएगा। ठीक है उन्हें कहा सी भी वो हुण थक गया। अगे द बॉय सैट ऑन द डैश टू रेस्ट। तो बॉय कित्थे बैठा सीगा रेस्ट करन दे लई इत्थे स्टंप है ना स्टंप ते बैठा सी। ठीक है ये सी तुहाडियां फिलअप्स। नैक्सट देखते हैं की है। एक्टिविटी 6 गिव ओपोजिट्स ऑफ द गिवन वर्ड्स इन गिवन स्पेस। हुण तुहानूं ओपोजिट तुसीं लिखने आ जिहड़े वर्ड्स दिते हुए उन्हां दा ओपोजिट लिखो उल्ट शब्द लिखना। हाँ जी नंबर 1 ते की है हैप्पी। हैप्पी दा की हुंदा सैड। नंबर 2 गिव। गिव दा मतलब की हुंदा देना। ओपोजिट की आ गया टेक है ना। चलो नैक्सट की हैगा सैल। हाँ जी सैल दा की आएगा बाय है ना। सैल दा मतलब बेचना ते बाय दा मतलब खरीदना। हाँ जी कम गो क्वाइट लाउड। क्वाइट मीनस चुप है ना शांत ते लाउड उच्ची उच्ची बोलना। हाँ जी अगे आ गया क्लाइंब अप चढ़ना उपर तो यदा क्या आएगा कम डाउन नीचे होना है ना। कम डाउन ओपोजिट हो गया ना। चलो जी नैक्सट देखते हैं। एक्टिविटी 7 एड ed टू द फॉलोइंग वर्ड्स एंड राइट अ मीनिंगफुल सेंटेंस। हाँ जी हुण तुसीं इहदा पास्ट च इहनूं फॉर्म चेंज करनी आ इन्हां सारियां दी। ठीक है तो सारियां दे पिछे की लगाउणा पहला ed। ठीक है वॉन्ट तो की बन जाएगा वॉन्टेड। क्लाइंब तो क्लाइंब्ड। प्ले प्लेड। सेल सेल्ड। रेस्ट रेस्टेड है ना। इस तरीके ना पहला तो ed लगा लो पिछे। ओके दैन तुसी इन्हां दा कोई भी सेंटेंस बना सकते हैं। ठीक है वही यूज़ करके सेम सैकेंड फॉर्म यूज़ करके दी। तो पहले तो हुण की बनाओगे वॉन्ट दा आई वॉन्टेड टू गो है ना भी मैं जाना चाहता सी। अगे क्लाइंब है ना ही क्लाइंब्ड अप द ट्री। अगे आ गया प्ले आई प्लेड क्रिकेट है ना। सेल ही सेल्ड टू द सिटी। रेस्ट ही रेस्टेड अंडर अ ट्री है ना। इस तरीके ना ये भी लिख सकते हैं ਜਾਂ ਤੁਸੀਂ ਕੋਈ ਹੋਰ भी बना सकते हो। हाँ जी हुण आ गया लर्निंग लैंग्वेज प्रोनाउन। अ प्रोनाउन इज़ अ वर्ड यूज्ड इन प्लेस ऑफ अ नाउन। हाँ जी हुण प्रोनाउन की हुंदा है पड़नाम जिहनूं पंजाबी च कह दिंदे आपां कि एक अजिहा शब्द जिहनूं आपां किसी नाउन की जगह ते वरतदे हां। ठीक है द वर्ड्स दे शी हर ही इट आर यूज्ड इन प्लेस ऑफ नाउन्स। हाँ जी जिहड़े आ वर्ड्स आ दे शी हर ही या इट इन्हां नूं आपां नाउन की जगह ते यूज़ करते हैं। वी कॉल दैम प्रोनाउंस तो इसलिए असीं इन्हां नूं की कहने आ प्रोनाउंस। देयर आर 3 मेन काइंड्स ऑफ प्रोनाउंस। तो प्रोनाउंस दियां मेन 3 किस्मां हुंदियां। फर्स्ट हैगी आ पर्सनल प्रोनाउन। सैकेंड हैगी आ डिमॉन्स्ट्रेटिव प्रोनाउन तो थर्ड हैगी आ इंट्रोगेटिव प्रोनाउन। ठीक है 3 तरह दी हो गई। हुण आपां ये देखते हैं भी फस्ट जिहड़ा उन्होंने दिता पर्सनल वो किहड़े हुंदे आ पर्सनल प्रोनाउन। हाँ जी पर्सनल प्रोनाउन प्रोनाउंस विच आर यूज्ड इन प्लेस ऑफ प्रॉपर नाउन्स टू अवॉइड रैपिटिशन आर कॉल्ड पर्सनल प्रोनाउंस। कहंदे कि वो वाले प्रोनाउन जिहड़े कि प्रॉपर नाउन की जगह ते यूज़ हुंदे आ। ठीक है ताकि दोबारा दोबारा उही जिहड़ा नाउन आ प्रोनाउन जिहनूं आपां यूज़ किया बार बार उहदी रैपिटिशन ना होवे भी बार बार उहनूं आपां ना यूज़ करिए। ठीक है उहनूं रोकण दे लई आपां उहदी जगह ते प्रॉपर नाउन की जगह ते पर्सनल प्रोनाउन यूज़ करते हैं। ठीक है आ एग्जाम्पल दित्ती हुई इहनूं ध्यान नाल देखो तुहानूं क्लीयर हो जाना। हाँ जी माई मदर इज़ वेरी टायर्ड बिकॉज माई मदर हैज़ बीन वर्किंग द होल डे है ना। हुण देखो इत्थे माई मदर की सीगा प्रॉपर नाउन सीगा है ना। तो उस तो बाद दोबारा फिर माई मदर है ना भी मेरे मदर बहुत थक जाते हैं क्योंकि वो सारा दिन काम करते हैं। ठीक है बिकम्स माई मदर इज़ वेरी टायर्ड बिकॉज
शी हैज़ बीन वर्किंग फॉर द होल डे। हाँ जी, हुण इत्थे आपां फस्ट स्टार्टिंग दे तां माई मदर यूज़ कीता है ना, बट उहदी जगह ते इत्थे दूजी वारी आपां की यूज़ कीता, इत्थे की यूज़ कीता फिर आपां उहदी जगह शी कीता ना। ते इहदा मतलब ये की सीगा पर्सनल प्रोनाउन। इधर की सी माई मदर की जगह ते की यूज़ हो गया शी। क्लियर हो गया? ठीक है, चलो नेक्स्ट देखते हैं। हाँ जी, देयर आर 3 काइंड्स ऑफ पर्सनल प्रोनाउंस। हाँ जी, हुण अगे पर्सनल प्रोनाउन दियां भी 3 टाइप्स होंदियां है ना। हाँ जी, फर्स्ट वाली देखो, प्रोनाउंस ऑफ द फर्स्ट पर्सन। हाँ जी, हुण सब तो पहला जिहड़े पर्सनल प्रोनाउन आ वो मेनली 3 टाइप्स दे है ना। देखो, हाँ जी, फर्स्ट पर्सन कौन होया? मैं, है ना। मैं गल कर रही हाँ तुहाडे नाल, तो फिर मैं की आ? मैं फर्स्ट पर्सन आ। ते तुसीं मेरी गल सुन रहे हो, है ना, तुसीं सुन रहे हो मेरी गल, ते तुसीं की हो? सैकेंड पर्सन। ठीक है, मैं फर्स्ट पर्सन, दैन तुसीं की हो गए? सैकेंड पर्सन। ते मान लो आपां जिहदे बारे गल कर रहे हैं, किसी थर्ड पर्सन बारे गल कर रहे हैं, किसी होर बारे, है ना, जिहदे बारे भी अपनी गल हो रही है वो कौन है? थर्ड पर्सन है ना। तो इसी तरह जिहड़े पर्सनल प्रोनाउन आ, नंबर 1 देखो, प्रोनाउंस ऑफ द फर्स्ट पर्सन। मतलब फर्स्ट पर्सन के लिए किहड़े-किहड़े प्रोनाउन हुंदे आ? सिंगुलर भी हुंदे आ ते प्लूरल भी हुंदे आ, है ना। एक वचन भी हुंदे आ ते बहुवचन भी हुंदे आ। सिंगुलर वाले देखो किहड़े हो सकदे आ? आई, माई, माइन, मी, माई सैल्फ। ये किहड़े हो गए? सिंगुलर। तो दूसरी साइड ते प्लूरल देखो, वी, आवर, आवर्स, अस, आवरसेल्व्स। ठीक है, ये प्लूरल दे हो गए। अगे आ गया नंबर 2, प्रोनाउंस ऑफ द सेकेंड पर्सन। हाँ जी, हुण सेकेंड पर्सन दे किहड़े हो गए? सिंगुलर प्रोनाउन देखो पहला, यू, योर्स, योरसेल्फ, योर। ते प्लूरल च भी देख लो, यू, योर्स, योरसेल्व्स एंड योर। ये भी कॉमन ही हो गए, है ना, मोस्टली। हाँ जी, नंबर 3 ते देखो, प्रोनाउंस ऑफ द थर्ड पर्सन। हुण थर्ड पर्सन दे लई किहड़े हुंदे यूज़? सिंगुलर च हुंदे आ ही, शी, इट, हिम, हर, है ना। ते थर्ड पर्सन दे प्लूरल, दैम, देयर, देयर्स। ठीक है, इन्हां नूं तुसीं याद कर लेना, ये वाले बॉक्स नूं चंगी तरह। हाँ जी, हुण इसी बेसिस ते आपां ਇਹ एक्टिविटी करांगे जिहड़ी आपां नूं दित्ती हुई है नीचे, है ना। हाँ जी, नैक्सट इज़ एक्टिविटी 8। हुण जे तुसीं उपर वाला जिहड़ा बॉक्स सी ना, जे इहनूं तुसीं चंगी तरह याद कर लिया तां तुसीं ईजीली आह वाली एक्सरसाइज जिहड़ी नीचे दित्ती एक्टिविटी इहनूं कंप्लीट कर सकदे आ, है ना। फिल इन द ब्लैंक्स यूजिंग पर्सनल प्रोनाउंस। हुण इहदे च तुसीं सारे च ही पर्सनल प्रोनाउन ही फिल करने आ। ठीक है, देखो नंबर 1, डैश ऑफन रीड्स अंटिल लेट एट नाइट। ठीक है, इत्थे की आ सकदा भी कौन जिहड़ा आ कि रात नूं लेट नाइट तक पढ़दा आ? इन्हां चों आ सकदा ही ऑफन रीड्स अंटिल लेट एट नाइट। ठीक है, हाँ जी, नैक्सट 2 नंबर, डैश इज़ रनिंग अप एंड डाउन द स्टेयर्स। हाँ जी, कौन स्टेयर्स दे उपर ते नीचे जा रहा? ठीक है, किहड़ा आ सकदा? सोचो, द कैट, शी, माई ब्रदर, यू। की आ सकदा? शी। ठीक है, इस तरीके दे नाल तुसीं ये खुद करके देखने आ, प्रैक्टिस करके देखनी है। पहला उपर वाला बॉक्स याद करना, उस तो बाद ये नीचे वाले टिक करने आ। नंबर 3, डैश इज़ फ्रॉम मुंबई, रोजी, माई फ्रेंड, ही या दिस स्टैचू। हाँ जी, जे तुसीं हुण उपर वाला बॉक्स चंगी तरह याद कर लिया ना, उहदे चों तुहानूं सारे ही समझ आ जाणगे कि इन्हां 4 दे विचों किहड़ा ऑप्शन जिहड़ा हैगा वो करैक्ट आ, उहनूं तुसीं टिक कर देना। नंबर 4, हैव डैश गॉट अ डॉग, मीना। हाँ जी, की आ सकदा इच? एनीवन, दे, समवन या इट। तुसीं देखना इच की आ सकदा। हाँ जी, नैक्सट आ गया नंबर 5, वी इंजॉय द रोजेज सो मच, डैश रियली मेक द गार्डन ब्यूटीफुल, दे, इट्स, समवन या फ्लावर्स। तुसीं देखना हुण च की आएगा। नैक्सट हैगा 6 नंबर,
Aman isn't an architect, dash is an engineer. He या they, it या she. Number 7, are dash friends or not? He, she, we, it. Number 8, my doctor was born in London, dash teaches language lessons in his spare time. They, it, she या he. Number 9, all my teachers are from Europe, dash come from all over the continent. She, we, they या them. Our friends are athletes, all of dash are either strong, fast or both. We, they, them, you. ठीक है, जो करोगे तो अपने आप ही क्लीयर हो जाना कितने की आना। ओके हाँ जी, हुण नैक्सट देखते हैं आप डेमोनस्ट्रेटिव प्रोनाउंस। हाँ जी, हुण ये किहड़े हुंदे आ? A demonstrative pronoun is a pronoun that is used to point to something within a sentence। हाँ जी, demonstrative pronoun ਉਹ ਹੁੰਦੇ ਆ ਜਿਹੜੇ ਕਿ ਕਿਸੇ sentence ਦੇ ਵਿੱਚ ਕਿਸੇ ਚੀਜ਼ ਦੇ ਵੱਲ ਇਸ਼ਾਰਾ ਕਰਦੇ ਆ। These pronouns can indicate items in space or time and they can be either singular or plural। हाँ जी, ਹੁਣ ਇਹ ਵਾਲੇ pronoun ਜਿਹੜੇ ਆ ਉਹ ਕਿਸੇ ਜਗ੍ਹਾ ਦੇ ਲਈ ਹੈ ਨਾ, ਕਿਸੇ ਸਮੇਂ ਦੇ ਲਈ, ਠੀਕ ਹੈ, ਇੰਡੀਕੇਸ਼ਨ ਦਿੰਦੇ ਆ ਕਿਸੇ ਚੀਜ਼ ਦੇ ਲਈ, ਤੇ ਜਾਂ ਫਿਰ ਉਹ ਕੀ ਹੋ ਸਕਦੇ, ਸਿੰਗੂਲਰ ਵੀ ਹੋ ਸਕਦੇ ਆ ਤੇ ਉਹ ਪਲੂਰਲ ਵੀ ਹੋ ਸਕਦੇ ਆ। ਠੀਕ ਹੈ, ਹੁਣ ਦੇਖਦੇ ਆ ਆਪਾਂ ਅੱਗੇ। ਇਨ ਦਾ ਫੋਲੋਇੰਗ ਐਗਜ਼ਾਮਪਲਸ ਡੈਮੋਨਸਟ੍ਰੇਟਿਵ ਪ੍ਰੋਨਾਊਨਸ ਹੈਵ ਬੀਨ ਇਟੈਲਿਸਾਈਜ਼ਡ ਫॉर ਈਜ਼ ਆਫ ਆਈਡੈਂਟੀਫਿਕੇਸ਼ਨ। ਹਾਂਜੀ, ਜਿਹੜੇ ਹੁਣ ਇੱਥੇ ਇਟੈਲੀਸਾਈਜ਼ਡ ਲਿਖੇ ਹੋਏ ਨਾ ਵਰਡ, ਬੋਲਡ ਕਰਕੇ ਵੀ ਲਿਖੇ ਹੋਏ ਆ, ਠੀਕ ਹੈ, ਉਹ ਵਾਲੇ ਸਾਰੇ ਡੈਮੋਨਸਟ੍ਰੇਟਿਵ ਹੈਗੇ ਆ। ਦਿਸ ਵਾਜ਼ ਮਾਈ ਮਦਰਜ਼ ਰਿੰਗ, ਠੀਕ ਹੈ। that looks like the car I used to drive. These are nice shoes but they look uncomfortable. Those look like riper than the apples on my tree। हाँ जी, हुण ये किन्नी तरह दे आ? 4। this, that, these या those। ठीक है, नेड़े दे लई आपां कह दिंदे दिस है ना, एक चीज़ होवे सिंगुलर दे लई, दूर दे लई कह दिंदे दैट है ना भी ਉਹ, ਤੇ ਕੋਲ ਜਿਹੜੀਆਂ ਚੀਜ਼ਾਂ ਪਈਆਂ ਜ਼ਿਆਦੀਆਂ ਆਪਾਂ ਕਹਿ ਦਿੰਦੇ these ਹੈ ਨਾ, ਤੇ ਜਿਹੜੀਆਂ ਦੂਰ ਆ ਉਹਨਾਂ ਦੇ ਲਈ ਆਪਾਂ ਕੀ ਯੂਜ਼ ਕਰਦੇ ਆ those। ਸੋ ਇਹ ਵਾਲੇ ਜਿਹੜੇ ਹੈਗੇ ਆ 4, this, that, these ਤੇ those, ਇਹ ਕੀ ਆ ਡੈਮੋਨਸਟ੍ਰੇਟਿਵ ਪ੍ਰੋਨਾਊਨਸ। ਠੀਕ ਹੈ, ਹੁਣ ਦੇਖੋ ਨੈਕਸਟ, ਫਿਲ ਇਨ ਦ ਬਲੈਂਕਸ ਯੂਜ਼ਿੰਗ ਡੈਮੋਨਸਟ੍ਰੇਟਿਵ ਪ੍ਰੋਨਾਊਨਸ। ਹੁਣ ਆਪਾਂ ਇਹਨਾਂ 'ਚ ਇਹੀ ਫਿਲ ਕਰਨੇ ਆ। हाँ जी, fill in the blanks using demonstrative pronouns. Choose the best answer to complete each sentence. Dash was such an interesting experience। कि ਜਿਹੜੀਆਂ 4 options ਦਿੱਤੀਆਂ ਇਹਨਾਂ ਵਿੱਚੋਂ ਕਿਹੜੀ ਸਭ ਤੋਂ ਤੁਹਾਨੂੰ ਸਹੀ ਲੱਗਦੀ ਹੈ ਨਾ, ਉਹ ਵਾਲੀ ਦੇਖਣੀ ਆ। ਉੱਪਰ ਵਾਲੇ ਜਿਹੜੇ 4 ਆਪਾਂ ਪੜ੍ਹੇ ਸੀ ਨਾ, this, that, these, those, ਉਹਨਾਂ ਚੋਂ ਕੋਈ ਇੱਕ ਆਣਾ ਜਿਹੜਾ ਸਹੀ ਆ। Dash was such an interesting experience, ਇੱਥੇ ਕੀ ਆ ਸਕਦਾ? That was such an interesting experience। ठीक है, that। ठीक है, next हैगा number 2, are dash your shoes। इच की आएगा हुण देखो, that, them, those या this। देखना तुसी भी प्लूरल है पिछे, प्लूरल दे नाल की यूज हो सकदा। ठीक है, these या those प्लूरल नाल यूज हुंदे आ। ठीक है, मतलब these ਜਦੋਂ ਕੋਲ ਹੋਣ ਚੀਜ਼ਾਂ ਆਪਣੇ, ਤੇ ਦੂਰ ਜਦੋਂ ਹੁੰਦੇ ਆ ਤਾਂ those ਕਹਿ ਦਿੰਦੇ ਆਪਾਂ ਮੋਸਟਲੀ, ਤੇ this ਤੇ that, ਠੀਕ ਹੈ, ਉਹ ਸਿੰਗੂਲਰ ਯੂਜ਼ ਹੁੰਦੀ ਆ। ਤੇ ਹੁਣ ਇੱਥੇ ਦੇਖ ਲਓ ਤੁਸੀਂ ਕੀ ਆ ਸਕਦਾ, ਸ਼ੂਜ਼ ਹੈ ਇੱਥੇ ਪਲੂਰਲ ਆ। ਨੈਕਸਟ ਦੇਖੋ, you will have to get your own pen, dash is mine, ਹੈ ਨਾ, ਵੀ ਤੁਹਾਨੂੰ ਆਪਣਾ ਪੈਨ ਲੈਣਾ ਪਵੇਗਾ। ਠੀਕ ਹੈ, ਤੇ ਇਹ ਤਾਂ ਮੇਰਾ ਆ, ਹੈ ਨਾ। ਇੱਥੇ ਕੀ ਆਏਗਾ ਦੇਖਣਾ ਹੁਣ ਤੁਸੀਂ, that ਆਏਗਾ, those, such या this। ਅੱਗੇ ਆ ਗਿਆ ਨੰਬਰ 4, there is no end to dash, such, those, this या none। next हैगा नंबर 5, because of their bad behavior dash of the children were given allowances।
ठीक है, इच की आ सकदा नन, दैट, दोज या दैम। अगे हैगा नंबर 6, डैश ऑफ दैम हैड सीन इट बिफोर, दोज, नाइदर, सच या दिस। नंबर 7, इज डैश योर्स, दिस, दोज, दीज या सच। हाँ जी। नंबर 8, एवरीवन एट अर्ली, व्हेन वी अराइव्ड डैश वॉज लेफ्ट, दैट, सच, नन या नाइदर। हाँ जी। ओके, प्लीज़ गिव मी वन ऑफ डैश, दैट, दोज, दिस या सच। नंबर 10, डैश आर नाइस लुकिंग, दिस, दैट, दीज, सच। ठीक है, ठीक है। इन्हां च तुसीं डिमोनस्ट्रेटिव प्रोनाउंस फिल करने आ ऑप्शन दे विचों देख के। हाँ जी, नैक्सट आ गया जी, नैक्सट है हुण अपना इंट्रोगेटिव प्रोनाउंस। हाँ जी, एन इंट्रोगेटिव प्रोनाउन इज़ यूज्ड टू मेक आस्किंग क्वेश्चनस ईजी। तो इंट्रोगेटिव प्रोनाउन क्वेश्चन पूछण दे लई है ना, कोई भी प्रश्न पूछण दे लई यूज़ कीते जांदे आ। देयर आर जस्ट 5 इंट्रोगेटिव प्रोनाउंस। ते हुण आपां नूं 5 जिहड़े आ उन्हां बारे दस रिहा है। द 5 इंट्रोगेटिव प्रोनाउंस आर व्हाट, विच, हू, whom, whose, है ना। व्हाट दा मतलब की है ना, विच दा मतलब केड़ा है ना, अगे हू कौन, ते whom जिसनू जां किसनू है ना, whose जिसदा है ना जां किसदा। अगे आ गया वट कदों लगाने आ, यूज टू आस्क क्वेश्चनस अबाउट पीपल और ऑब्जैक्ट्स। कि आपां वट यूज उदों करदे आ जदों आपां किसी लोकां दे लई जां मतलब किसी चीज़ां दे लई कोई क्वेश्चन पुछना हुंदा। वट डू यू वॉन्ट फॉर डिनर, भी तुहानूं डिनर च की चाहीदा है ना। वट इज़ योर नेम, तुहाडा नाम की है ना, इहदे नाल क्वेश्चन पुछया है। अगे आ गया विच, यूज टू आस्क क्वेश्चन अबाउट पीपल और ऑब्जैक्ट्स। ये भी सेम ही कि पीपल दे लई जां ऑब्जैक्ट्स दे लई, चीज़ां दे लई जां लोकां दे लई जदों भी आपां कोई क्वेश्चन पुछदे आ उदों ये विच यूज़ करदे आ। विच सीट वुड यू लाइक, भी तुहानूं किहड़ी सीट चाहीदी आ। विच ऑफ दीज आइसक्रीम फ्लेवर्स इज़ योर फेवरेट, इत्थे यू नहीं होना, योर होएगा है ना, योर फेवरेट। तो भी किहड़ी आइसक्रीम तो जिहड़ा आइसक्रीम फ्लेवर आ वो तुहाडा फेवरेट है ना। हाँ जी, नैक्सट हैगा हू, यूज टू आस्क क्वेश्चनस अबाउट पीपल। हू उदों यूज हुंदा जदों आपां पीपल दे लई कोई भी क्वेश्चन पुछदे आ। हू इज़ दैट मैन ओवर देयर, भी उत्थे कौन आदमी खड़ा है ना। हू इज़ द स्ट्रोंगेस्ट इन द क्लास, क्लास दे विच सब तो वध तकड़ा कौन आ, ताकतवर कौन आ। होम यूज्ड रेयरली, इट इज़ यूज टू आस्क क्वेश्चन अबाउट पीपल। होम मतलब कहंदे कि घट यूज़ हुंदा आ, ठीक है। ये भी आप आम तौर पर पीपल दे लई ही यूज़ हुंदा आ। यू शुड आस्क होम टू मीट, या विद होम डिड यू गो टू द क्लास, ठीक है। तुसी दसो भी तुसी किस नूं मिलना आ, ठीक है, जां फिर तुसी किसी दे नाल क्लास दे विच गए। अगे आ गया हुज, यूज टू आस्क क्वेश्चनस अबाउट पीपल और ऑब्जैक्ट्स ऑलवेज रिलेटेड टू पोजेशन। हाँ जी, हुण ये भी आम तौर पर पीपल लई लोकां दे लई जां किसी चीज़ां दे लई क्वेश्चन पुछण दे लई यूज़ किया जाता है। तो आम तौर पर उदों पुछया जाता जदों आपां किसी चीज़ का किसी नाल संबंध पुछना होवे भी आह चीज़ तेरी है ना, भी तेरे नाल संबंधित है यह चीज़, उदों आपां ये करते हैं। अगे आ गया हुज स्वेटर इज़ दिस, ये स्वेटर किसदा है। आई वंडर हुज डॉग इज़ डिगिंग अर लॉन, मैनू हैरानी है भी कि किहदा कुत्ता है जिहड़ा कि साडे लॉन नूं खोदी जा रहा है ना, डिगिंग करी जांदा साडे लॉन च। हाँ जी, ठीक है। अगे आ गई एक्टिविटी 10। एक्टिविटी 10 फिल इन द ब्लैंक्स विद एन इंट्रोगेटिव प्रोनाउन। हाँ जी, हुण तुसीं उपरों प्रोनाउन जिहड़े आपां याद कीते हुणे देखे है ना, इंट्रोगेटिव प्रोनाउंस, उन्हां नूं पढ़ लो चंगी तरह, मीनिंग्स क्लीयर कर लो कित्थे की यूज़ हुंदा है ना, ते उहदे बेसिस ते ये करने आ तुसीं। हाँ जी, फर्स्ट नंबर ते हैगा डैश थ्रू द फुटबॉल, भी किस मतलब फुटबॉल किहने सुट्टिया सी है ना। हू भी लिख सकते हैं ना, हू थ्रू द फुटबॉल है ना, फर्स्ट वाला हू थ्रू द फुटबॉल। तो अगे डैश वुड यू प्रैफर कॉफ़ी और टी,
ਤੁਸੀਂ ਕੀ ਚਾਹੁੰਦੇ ਆ, ਕੌਫੀ ਜਾਂ ਚਾਹ? ਕੀ ਆ ਸਕਦਾ, ਹੂ, ਹੋਮ, ਵਿਚ ਜਾਂ ਹੂਜ਼। ਪਹਿਲਾਂ ਉੱਪਰ ਵਾਲੇ ਪੜ੍ਹਨੇ ਆ ਚੰਗੀ ਤਰ੍ਹਾਂ, ਫਿਰ ਉਹਨਾਂ ਦੇ ਮੀਨਿੰਗ ਕਲੀਅਰ ਕਰਨੇ ਆ, ਉਸ ਤੋਂ ਬਾਅਦ ਤੁਸੀਂ ਇਹਨੂੰ ਸੋਲਵ ਕਰਨਾ ਫਿਰ। ਹਾਂਜੀ, ਨੈਕਸਟ ਆ ਗਿਆ ਨੰਬਰ 3, ਡੈਸ਼ ਟਾਈਮ ਡੂ ਵੀ ਨੀਡ ਟੂ ਬੀ ਐਟ ਦ ਸਟੇਸ਼ਨ, ਵਿਚ, what, whose, whom। ਨੰਬਰ 4, ਡੈਸ਼ ਬਾਈਕ ਇਜ਼ that, whom, whose, what, who। ਨੰਬਰ 5, ਡੈਸ਼ is your brother's name, who, whom, what ਜਾਂ whose। ਅੱਗੇ ਆ ਗਿਆ 6 ਨੰਬਰ, ਡੈਸ਼ did you tell, whom, what, whose, which। ਨੰਬਰ 7, dash of these books have you read, what, whom, whose, which। Number 8, dash wants ice cream, what, whom, who, whose। ठीक है, मैं ਤੁਹਾਨੂੰ ਤਾਂ ਖੁਦ ਨਹੀਂ ਕਰਾ ਰਹੀ ਸਾਰੇ ਕਿ ਤੁਸੀਂ ਪਹਿਲਾਂ ਉਹਨੂੰ ਖੁਦ ਇੱਕ ਵਾਰੀ ਉੱਪਰੋਂ ਧਿਆਨ ਦੇ ਨਾਲ ਰੀਡ ਆਊਟ ਕਰ ਲਓ, ਯਾਦ ਕਰ ਲਓ, ਫਿਰ ਤੁਸੀਂ ਈਜ਼ੀਲੀ ਇਹ ਆਪਣੇ ਆਪ ਹੀ ਕਰ ਸਕਦੇ ਆ ਆਪਸ਼ਨਸ ਦੇ ਵਿੱਚੋਂ ਦੇਖ ਕੇ। ਠੀਕ ਹੈ, ਵੀ ਇਹਦਾ ਆਨਸਰ ਕੀ ਹੈ, ਤੁਹਾਨੂੰ ਆਪਣੇ ਆਪ ਨੂੰ ਹੀ ਸਮਝ ਆ ਜਾਣਾ ਜੇ ਤੁਸੀਂ ਉੱਪਰੋਂ ਧਿਆਨ ਨਾਲ ਪੜ੍ਹੋਗੇ ਤਾਂ। ਠੀਕ ਹੈ, ਅੱਗੇ ਆ ਗਈ ਤੁਹਾਡੀ, ਹਾਂਜੀ ਨੈਕਸਟ ਹੈਗੀ ਹੁਣ ਤੁਹਾਡੀ ਲਰਨਿੰਗ ਟੂ ਰਾਈਟ ਐਕਟੀਵਿਟੀ 11, ਡੂ ਯੂ ਲਾਈਕ ਦ ਸਟੋਰੀ। ਕੀ ਤੁਹਾਨੂੰ ਸਟੋਰੀ ਵਧੀਆ ਲੱਗੀ? ਟਾਕ ਟੂ ਯੂਰ ਪਾਰਟਨਰ ਐਂਡ ਡਿਸਕਸ 2 things you liked and 1 thing you did not like in the story। ਕਹਿੰਦੇ ਕਿ ਇਸ ਸਟੋਰੀ ਨੂੰ ਸੁਣਨ ਤੋਂ ਬਾਅਦ, ਪੜ੍ਹਨ ਤੋਂ ਬਾਅਦ ਤੁਸੀਂ ਆਪਣੇ ਪਾਰਟਨਰ ਦੇ ਨਾਲ, ਆਪਣੇ ਫਰੈਂਡ ਦੇ ਨਾਲ ਗੱਲਬਾਤ ਕਰੋ, ਉਹਦੇ ਨਾਲ ਡਿਸਕਸ ਕਰੋ 2 ਗੱਲਾਂ ਜਿਹੜੀਆਂ ਤੁਹਾਨੂੰ ਵਧੀਆ ਲੱਗੀਆਂ ਤੇ ਇੱਕ ਚੀਜ਼ ਜਿਹੜੀ ਤੁਹਾਨੂੰ ਵਧੀਆ ਨਹੀਂ ਲੱਗੀ ਇਸ ਸਟੋਰੀ ਦੀ। ਠੀਕ ਹੈ, ਉਸ ਤੋਂ ਬਾਅਦ ਆਫਟਰ ਡਿਸਕਸ਼ਨ ਐਡ ਅਨਦਰ ਪੈਰਾਗ੍ਰਾਫ ਟੂ ਚੇਂਜ ਦ ਐਂਡਿੰਗ ਆਫ ਦ ਸਟੋਰੀ। ਤੇ ਡਿਸਕਸ ਕਰਨ ਤੋਂ ਬਾਅਦ ਤੁਸੀਂ ਇੱਕ ਪੈਰਾਗ੍ਰਾਫ ਹੋਰ ਐਡ ਕਰੋ ਨੀਚੇ। ਠੀਕ ਹੈ, ਲਾਸਟ ਐਂਡ ਕਰਨ ਦੇ ਲਈ ਸਟੋਰੀ ਦਾ ਖੁਦ ਬਣਾਓ ਇੱਕ। ਠੀਕ ਹੈ, ਤੇ ਉਹ ਤੁਸੀਂ ਇੱਥੇ ਬਾਕਸ ਦੇ ਵਿੱਚ ਲਿਖਣਾ ਆ। ਠੀਕ ਹੈ, ਜਿਹਦੇ ਨਾਲ ਉਹਦੀ ਐਂਡਿੰਗ ਚੇਂਜ ਹੋ ਜਾਵੇ, ਸਟੋਰੀ ਦੀ ਜੋ ਹੁਣ ਦਿਖਾਈ ਆ ਉਹ ਤੋਂ ਅਲੱਗ ਹੋਵੇ ਉਹ ਐਂਡਿੰਗ। ਠੀਕ ਹੈ, ਉਹ ਤੁਸੀਂ ਕਰਕੇ ਦੇਖਣਾ। ਇੱਥੋਂ ਜਿੰਨੇ ਕੁ ਵੀ ਸੈਂਟੈਂਸਿਸ ਤੁਸੀਂ ਬਣਾ ਸਕਦੇ ਆ, ਠੀਕ ਹੈ, ਉਨੇ ਕੁ ਤੁਸੀਂ ਬਣਾ ਕੇ ਦੇਖਣਾ ਇੱਥੇ ਪੈਰਾਗ੍ਰਾਫ 'ਚ। ਹਾਂਜੀ, ਨੈਕਸਟ ਆ ਗਈ ਲਰਨਿੰਗ ਟੂ ਯੂਜ਼ ਲੈਂਗੁਏਜ ਐਕਟੀਵਿਟੀ 12, ਰਾਈਟ ਅ ਲੈਟਰ ਟੂ ਯੂਰ ਫਰੈਂਡ ਇਨਵਾਈਟਿੰਗ ਹਿਮ ਫॉर ਦ ਬਰਥਡੇ ਪਾਰਟੀ। ਹਾਂਜੀ, ਹੁਣ ਇੱਥੇ ਲੈਟਰ ਆ। ਠੀਕ ਹੈ, ਲੈਟਰ ਲਿਖਣੀ ਆ ਤੁਸੀਂ ਆਪਣੇ ਫਰੈਂਡ ਨੂੰ ਵੀ ਤੁਸੀਂ ਮੇਰੇ ਬਰਥਡੇ ਦੀ ਪਾਰਟੀ ਮੈਂ ਕਰਨੀ ਆ ਤੇ ਤੁਸੀਂ ਆ ਜਿਓ। ਆਪਣੇ ਫਰੈਂਡ ਨੂੰ ਬਰਥਡੇ 'ਤੇ ਇਨਵਾਈਟ ਕਰਨ ਦੇ ਲਈ ਲੈਟਰ ਲਿਖਣੀ ਆ। ਠੀਕ ਹੈ, ਤੇ ਰਫ ਕਾਪੀ 'ਤੇ ਲਿਖ ਕੇ ਦੇਖਣਾ। ਹਾਂਜੀ, ਨੈਕਸਟ ਹੈਗਾ ਲਰਨਿੰਗ ਟੂ ਲਿਸਨ ਐਕਟੀਵਿਟੀ 13, ਦ ਟੀਚਰ ਵਿਲ ਰੀਡ ਦ ਸਟੋਰੀ ਟੂ ਦ ਸਟੂਡੈਂਟਸ ਅਗੇਨ, ਲਿਸਨ ਟੂ ਦ ਸਟੋਰੀ ਕੇਅਰਫੁਲੀ। ਹਾਂਜੀ, ਹੁਣ ਟੀਚਰ ਨੇ ਦੁਬਾਰਾ ਤੋਂ ਇੱਕ ਵਾਰੀ ਸਟੋਰੀ ਇਹੀ ਪੜ੍ਹਨੀ ਆ, ਹੈ ਨਾ, ਤੇ ਬੱਚਿਆਂ ਨੇ ਸੁਣਨੀ ਆ। ਹੁਣ ਤੁਸੀਂ ਕੀ ਕਰ ਸਕਦੇ, ਤੁਸੀਂ ਤਾਂ ਇੱਥੋਂ ਵੀਡੀਓ ਤੋਂ ਜਿੰਨੀ ਵਾਰੀ ਮਰਜ਼ੀ ਸੁਣ ਸਕਦੇ ਆ। ਜੇ ਇੱਕ ਵਾਰੀ ਨਹੀਂ ਸਮਝ ਆਈ ਦੁਬਾਰਾ ਤੋਂ ਸੁਣ ਲਓ, ਹੈ ਨਾ, ਦੁਬਾਰਾ ਲਗਾਓ, ਫਿਰ ਇੱਕ ਵਾਰੀ ਦੁਬਾਰਾ ਤੋਂ ਧਿਆਨ ਨਾਲ ਸੁਣ ਲਓ, ਤੇ ਜਦੋਂ ਚੰਗੀ ਤਰ੍ਹਾਂ ਸਮਝ ਆ ਗਈ ਉਸ ਤੋਂ ਬਾਅਦ ਤੁਸੀਂ ਆਹ ਨੀਚੇ ਵਾਲੀਆਂ ਜਿਹੜੀਆਂ ਸਟੇਟਮੈਂਟਸ ਦਿੱਤੀਆਂ ਹੋਈਆਂ, ਠੀਕ ਹੈ, ਇਹਦੇ ਸਾਹਮਣੇ ਜੇ ਤਾਂ ਉਹ ਸਹੀ ਆ ਤਾਂ ਟਰੂ ਲਿਖ ਦਿਓ, ਜੇ ਉਹ ਗਲਤ ਆ ਸਟੇਟਮੈਂਟ ਤਾਂ ਫਾਲਸ ਲਿਖ ਦਿਓ। ਠੀਕ ਹੈ, ਟਰੂ ਦੇ ਲਈ ਟੀ ਪਾ ਦਿਓ ਤੇ ਫਾਲਸ ਦੇ ਲਈ ਐਫ। ਓਕੇ, ਹਾਂਜੀ, ਨੰਬਰ 1, ਦ ਟਰੀ ਲਵਡ ਦ ਲਿਟਲ ਬੋਏ। ਹਾਂਜੀ, ਪਿਆਰ ਕਰਦਾ ਸੀ ਨਾ ਉਹ ਛੋਟੇ ਲੜਕੇ ਨੂੰ ਟਰੀ। ਇੱਥੇ ਕੀ ਆਉਣਾ ਫਿਰ, ਪਤਾ ਹੀ ਹੈ ਨਾ, ਟਰੂ। ਹਾਂਜੀ, ਨੰਬਰ 2, ਦ ਟਰੀ ਲਾਈਕ ਦ ਬੋਏ ਟੂ ਸਵਿੰਗ ਫਰੋਮ ਦ ਬ੍ਰਾਂਚਿਸ ਆਫ ਦ ਟਰੀ। ਹਾਂਜੀ, ਜਿਹੜਾ ਦਰਖਤ ਸੀਗਾ ਉਹਨੂੰ ਵਧੀਆ ਲੱਗਦਾ ਸੀ ਕਿ ਬੱਚਾ ਆ ਕੇ ਉਹਦੀਆਂ ਟਾਹਣੀਆਂ 'ਤੇ ਝੂਟੇ ਲਵੇ। ਦ ਟਰੀ ਬਿਕੇਮ ਸੈਡ ਵੈਨਐਵਰ ਦ ਬੋਏ ਕੇਮ ਬੈਕ। ਬੱਚਾ ਜਦੋਂ ਵੀ ਆਉਂਦਾ ਸੀ ਉਹ ਲੜਕਾ, ਤਾਂ ਜਿਹੜਾ ਦਰਖਤ ਸੀ ਉਹ ਉਦਾਸ ਹੋ ਜਾਂਦਾ ਸੀ। ਦੇਖਣਾ ਹੁਣ ਤੁਸੀਂ ਕੀ ਆ ਸਕਦਾ ਇੱਥੇ ਅੱਗੇ। ਨੰਬਰ 4, ਦ ਟਰੀ ਗੇਵ ਦ ਬੋਏ ਅ ਲੋਟ ਆਫ ਮਨੀ। ਦਰਖਤ ਨੇ ਲੜਕੇ ਨੂੰ ਬਹੁਤ ਸਾਰਾ ਪੈਸਾ ਦਿੱਤਾ ਸੀ। ਨੰਬਰ 5, ਦ ਟਰੀ ਆਸਕਡ ਦ ਬੋਏ ਟੂ ਕੱਟ ਆਫ ਹਰ ਬ੍ਰਾਂਚਿਸ ਐਂਡ ਮੇਕ ਅ ਹਾਊਸ। ਟਰੀ ਨੇ ਉਹਨੂੰ ਕਿਹਾ ਸੀ ਲੜਕੇ ਨੂੰ ਵੀ ਤੂੰ ਮੇਰੀਆਂ ਟਾਹਣੀਆਂ ਕੱਟ ਕੇ ਤੇ ਇਹਨਾਂ ਤੋਂ ਆਪਣਾ ਘਰ ਬਣਾ ਲਾ। ਨੰਬਰ 6, ਦ ਬੋਏ ਵਾਂਟਡ ਅ ਸ਼ਿਪ ਟੂ ਗੋ ਟੂ ਅਨਦਰ ਸਿਟੀ। ਲੜਕੇ ਨੂੰ ਇੱਕ ਸ਼ਿਪ ਚਾਹੀਦੀ ਸੀ, ਹੈ ਨਾ, ਦੂਸਰੇ ਸ਼ਹਿਰ ਜਾਣ ਦੇ ਲਈ। ਦ ਟਰੀ ਅਲਾਉਡ ਦ ਬੋਏ ਟੂ ਕੱਟ ਡਾਊਨ ਹਰ ਟਰੰਕ। ਤੇ ਦਰਖਤ ਨੇ ਲੜਕੇ ਨੂੰ ਆਗਿਆ ਦਿੱਤੀ ਸੀ ਕਿ ਤੂੰ ਉਹਦਾ ਤਣਾ ਕੱਟ ਲਾ। ਹਾਂਜੀ, ਨੰਬਰ 8,
At last the boy wanted a quiet place to sit and rest. ਅੰਤ ਦੇ ਵਿੱਚ ਲੜਕੇ ਨੂੰ ਇੱਕ ਸ਼ਾਂਤ ਜਗ੍ਹਾ ਦੀ ਜ਼ਰੂਰਤ ਸੀ ਬੈਠਣ ਦੇ ਲਈ ਤੇ ਆਰਾਮ ਕਰਨ ਦੇ ਲਈ। ਨੰਬਰ 9 the tree refused the boy from sitting on her old stump। ਲੜਕੇ ਨੇ ਰਿਫਿਊਜ਼ਡ ਹੁੰਦਾ ਮਨਾ ਕਰ ਦਿੱਤਾ ਵੀ ਲੜਕੇ ਨੂੰ ਦਰਖਤ ਨੇ ਮਨਾ ਕਰ ਦਿੱਤਾ ਸੀ ਕਿ ਉਹ ਉਹਦੇ ਸਟੰਪ ਦੇ ਉੱਪਰ ਨਾ ਬੈਠੇ। The story shows that the boy is selfish। ਸਟੋਰੀ ਇਹ ਦੱਸਦੀ ਆ ਵੀ ਲੜਕਾ ਸਵਾਰਥੀ ਹੈ। ਠੀਕ ਹੈ, ਹੁਣ ਇਹ ਤੁਸੀਂ ਦੇਖਣਾ ਵੀ ਕੀ ਆ ਸਕਦਾ ਜੀ। ਹੁਣ ਹੈਗੀ ਆ ਲਰਨਿੰਗ ਟੂ ਸਪੀਕ। ਲਰਨਿੰਗ ਟੂ ਸਪੀਕ ਐਕਟੀਵਿਟੀ 13 ਰੋਲ ਪਲੇ। The children will work in pairs। ਹਾਂਜੀ, ਹੁਣ ਬੱਚਿਆਂ ਨੇ ਸਾਰਿਆਂ ਨੇ ਇੱਕ ਪੇਅਰ ਦੇ ਵਿੱਚ ਕੰਮ ਕਰਨਾ। Practice speaking the following sentences with your partner। ਤੇ ਅੱਜ ਨੀਚੇ ਜਿਹੜੇ ਡਾਇਲੋਗ ਲਿਖੇ ਹੋਏ ਆ ਨਾ ਇਹ ਤੁਸੀਂ ਆਪਸ ਦੇ ਵਿੱਚ ਬੋਲ ਕੇ ਦੇਖਣੇ ਆ। One of you will become the tree and one will become the boy। ਇੱਕ ਜਣੇ ਨੇ ਟਰੀ ਬਣ ਜਾਣਾ ਤੇ ਦੂਸਰੇ ਨੇ ਬੋਏ ਬਣ ਜਾਣਾ। After practice all the pairs will speak in front of the class। ਤੇ ਜਦੋਂ ਸਾਰਿਆਂ ਨੇ ਪ੍ਰੈਕਟਿਸ ਕਰ ਲਈ ਗਰੁੱਪਸ ਦੇ ਵਿੱਚ ਆਪਣੇ ਆਪਣੇ, ਉਸ ਤੋਂ ਬਾਅਦ ਕਲਾਸ ਦੇ ਵਿੱਚ ਖੜੇ ਹੋ ਕੇ ਦੋ ਬੱਚਿਆਂ ਨੇ ਬੋਲਨੇ ਆ ਡਾਇਲੋਗਸ ਇਹ, ਤੇ ਦੇਖਣਾ ਫਿਰ ਟੀਚਰ ਦੇਖੇਗਾ ਹੈ ਨਾ ਵੀ ਕਿਹੜਾ ਸਭ ਤੋਂ ਬੈਸਟ ਆ। ਠੀਕ ਹੈ, ਆ ਹੁਣ ਤੁਸੀਂ ਪੜ੍ਹ ਲੈਣੇ ਸਾਰੇ ਡਾਇਲੋਗਸ ਇਹਦੇ, ਟਰੀ ਦੇ ਕੀ ਆ ਤੇ ਬੋਏ ਦੇ ਕੀ ਆ। ਠੀਕ ਹੈ, ਇਸ ਤੋਂ ਬਾਅਦ ਤੁਸੀਂ ਇਹਨਾਂ ਦੀ ਪ੍ਰੈਕਟਿਸ ਕਰਨੀ। ਇਹ ਸੀ ਆਪਣੀ ਲਾਸਟ ਐਕਸਰਸਾਈਜ਼। ਤੇ ਤੁਸੀਂ ਹੁਣ ਇਹਨੂੰ ਪਹਿਲਾਂ ਦੁਬਾਰਾ ਤੋਂ ਚੰਗੀ ਤਰ੍ਹਾਂ ਚੈਪਟਰ ਦੇਖ ਲੈਣਾ। ਠੀਕ ਹੈ, ਰੀਡ ਆਊਟ ਕਰ ਲਓ। ਉਸ ਤੋਂ ਬਾਅਦ ਇਹਦੀਆਂ ਬੁੱਕ ਐਕਸਰਸਾਈਜ਼ ਰਫ ਨੋਟਬੁੱਕ 'ਤੇ ਕਰਕੇ ਦੇਖੋ। ਇਫ ਸਟਿਲ ਯੂ ਆਰ ਫਾਈਂਡਿੰਗ ਐਨੀ ਡਿਫੀਕਲਟੀ ਦੈਨ ਲੈਟ ਮੀ ਨੋ। ਠੀਕ ਹੈ, ਹਜੇ ਵੀ ਕੋਈ ਚੀਜ਼ 'ਚੋਂ ਸਮਝ ਨਹੀਂ ਆਈ ਤਾਂ ਤੁਸੀਂ ਮੇਰੇ ਤੋਂ ਹੀ ਪੁੱਛ ਸਕਦੇ ਆ, ਜਾਂ ਆਪਣੇ ਘਰ ਕੋਈ ਬ੍ਰਦਰ ਸਿਸਟਰ ਪੜ੍ਹਿਆ ਲਿਖਿਆ ਨਾ ਵੱਡੇ ਹੈਗੇ ਆ ਉਹਨਾਂ ਤੋਂ ਕਨਫਰਮ ਕਰ ਸਕਦੇ ਆ, ਤੇ ਜਾਂ ਆਪਣੇ ਟੀਚਰਸ ਤੋਂ ਵੀ ਪੁੱਛ ਸਕਦੇ ਆ ਜਿੱਥੇ ਅਜੇ ਵੀ ਤੁਹਾਨੂੰ ਡਾਊਟ ਲੱਗਦੀ ਆ। ਠੀਕ ਹੈ, ਤੇ ਫਿਰ ਇਹਨੂੰ ਤੁਸੀਂ ਕਰਕੇ ਦੇਖਣਾ। ਤੇ ਜੇ ਤੁਸੀਂ ਅਜੇ ਤੱਕ ਪਿਛਲੀਆਂ ਵੀਡੀਓਜ਼ ਨਹੀਂ ਦੇਖੀਆਂ 6th ਕਲਾਸ ਦੇ ਸਾਰੇ ਚੈਪਟਰਸ ਦੀਆਂ ਤਾਂ ਤੁਸੀਂ ਉਹ ਵੀ ਦੇਖੋ। ਠੀਕ ਹੈ, ਜੇ ਤੁਹਾਨੂੰ ਵਧੀਆ ਲੱਗਦੀਆਂ ਤਾਂ ਆਪਣੇ ਬਾਕੀ ਫਰੈਂਡਸ ਦੇ ਨਾਲ ਵੀ ਸ਼ੇਅਰ ਕਰੋ। ਠੀਕ ਹੈ, ਚੈਨਲ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਪ੍ਰੈਸ ਕਰ ਲਓ। ਠੀਕ ਆ, ਤਾਂ ਕਿ ਤੁਹਾਨੂੰ ਜਦੋਂ ਵੀ ਕੋਈ ਨਿਊ ਵੀਡੀਓ ਅਪਲੋਡ ਹੁੰਦੀ ਆ ਤੁਹਾਡੇ ਤੱਕ ਮੈਸੇਜ ਆ ਜਾਏ ਤੇ ਤੁਸੀਂ ਉਹਨੂੰ ਦੇਖ ਸਕੋ ਤੇ ਤੁਸੀਂ ਆਪਣਾ ਸਿਲੇਬਸ ਨਾਲ ਕੰਪਲੀਟ ਕਰ ਸਕੋ। ਠੀਕ ਹੈ, ਓਕੇ ਸਟੂਡੈਂਟਸ, ਗॉड bless you।